ਤੁਹਾਨੂੰ ਹੱਥਕੜੀ ਲੱਗੇਗੀ, ਫਾਦਰ ਨੂੰ ਇਹ ਮਤਲਬ ਫੋਨ ਆਇਆ ਵੀ ਤੁਹਾਨੂੰ ਜੇਲ੍ਹ 'ਚ ਸੁੱਟਦਾ ਹੈ ਨਾ। ਉਹਦਾ ਇੱਕ ਪ੍ਰੈਸ਼ਰ ਸੀਗਾ ਅਤੇ ਉਹੀ ਖੇਤਾਂ 'ਚੋਂ ਜਿੱਥੇ ਅਸੀਂ ਮਤਲਬ ਸਾਡਾ ਘਰ ਚੱਲਦਾ ਉਹੀ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਫਾਹਾ ਲਿਆ। ਸਭ ਤੋਂ ਜਿਹੜੀ ਵੱਡੀ ਤਰਾਸਦੀ ਹੈ ਇਸ ਟਾਈਮ ਦੇ, ਸਾਡੇ ਘਰ ਬਹੁਤ ਵੱਡੇ ਨੇ, ਸਾਡੀਆਂ ਕੋਠੀਆਂ ਬਹੁਤ ਵੱਡੀਆਂ ਹੋਣਗੀਆਂ, ਅਸੀਂ ਦੇਖਦੇ ਹਾਂ ਸਾਰੀਆਂ ਚੀਜ਼ਾਂ ਹੈ ਨਾ, ਪਰ ਉੱਥੇ ਕੋਈ ਬੰਦੇ ਦੀ ਗੱਲ ਸੁਣਨ ਲਈ ਤਿਆਰ ਨਹੀਂ। जटवाद का एक ऐसा एक चीज़ प्रतीक बना के खड़ा करते हैं भी वो जब उसते घट चीज़ पर जाके वो कहता भी मैं उरे खड़ नहीं सकता। इस तरह भी लगा कुछ भी जो सारा कुछ आले दुआले प्रचारिया जा रहा है, गाने आ रहे हैं, फिल्मां। मेरे को जो जमीन हैगी है जो मैनू नहीं कोई प्रॉफिट हैगा, मैं किते काम करन लग जाऊँ तो लोग उत्थे तुहानूं इन्ने ताने मेने मारदे हैं भी देख भी जट्टां दा मुंडा है जी, हुण इह दिहाड़ी करदा है जी। मतलब लोग तुहानूं टिकण नहीं दिंदे हैगे। ਜਿਹੜਾ ਮੰਨ ਲਓ ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜੇ ਕਿਤੇ ਵੀ ਕੋਈ ਧਰਨਾ ਲੱਗਿਆ ਹੈ ਨਾ, ਉੱਥੇ ਤੁਹਾਨੂੰ ਕੁੜੀਆਂ ਕਿੰਨੀਆਂ ਦਿਖਦੀਆਂ ਨੇ, 2 4 5। ਪਰ ਜੇ ਉਹੀ ਲੜਾਈ ਸਾਡੇ ਕੱਪੜਿਆਂ ਨੂੰ ਲੈ ਕੇ ਹੁੰਦੀ ਜੀ, ਕਲੱਬ ਜਾਣ ਦੀ ਹੁੰਦੀ ਜੀ, 24 ਘੰਟੇ ਹੈ ਨਾ, ਆਜ਼ਾਦੀ ਦੀ ਹੁੰਦੀ, ਤਾਂ ਉੱਥੇ ਤੁਸੀਂ ਦੇਖਣਾ ਸੀ ਢੇਰ ਹੋਣੇ ਸੀ, ਉੱਪਰ ਦੀ ਉੱਪਰ ਡੇਗਣਾ ਸੀ। ਅਸਲ में ਤਾਂ ਜੇ ਦੇਖਿਆ ਜਾਵੇ ਜਿਹੜੀ ਸਿੱਖਿਆ ਦੇ ਬਾਰੇ ਮੈਂ ਕਿਹਾ ਗਿਆ ਵੀ ਇਨਕਲਾਬ ਲਿਆਏਗੀ, ਅਸਲ में ਤਾਂ ਸਿੱਖਿਆ ਮੈਨੂੰ ਮਾਰੇ ਮੂਲ ਤੇ ਤੋੜ ਕੇ ਇੱਕ ਹੋਰ ਦੁਨੀਆ ਮਿਲ ਜਾ ਰਹੀ ਹੈ। ਜਦੋਂ ਮੈਨੂੰ ਸਕੂਲ ਭੇਜਿਆ ਜਾਂਦਾ ਮੇਰੇ ਘਰ ਤੋਂ ਪਹਿਲੀ ਕਲਾਸ ਦੇ ਵਿੱਚ ਕੀ ਕਿਹਾ ਜਾਂਦਾ ਹੈ, ਬੱਚੇ ਤੂੰ ਊੜਾੜਾ ਨਹੀਂ ਪੁੱਛਿਆ ਜਾਏਗਾ ਸਾਡੇ ਬੱਚੇ ਨੂੰ। ਜੋ ਕੋਈ ਰਿਸ਼ਤੇਦਾਰ ਵੀ ਆ ਜਾਊਗਾ ਇਹਨੂੰ ਜੀ ABC ਆਉਣ ਲੱਗੀ, ਬੱਚੇ ABC ਸੁਣਾ। ਸਰਕਾਰ ਉਹਨਾਂ ਨੂੰ ਤਾਂ ਮੰਨ ਹੀ ਰਹੀ ਹੈ ਵੀ ਇਹਨਾਂ ਨੇ ਖੁਦਕੁਸ਼ੀ ਕੀਤੀ। ਇੱਕ ਬੰਦਾ ਮਰ ਜਾਂਦਾ ਹੈ, ਉਹ ਖੁਦਕੁਸ਼ੀ ਕਰ ਜਾਂਦਾ, ਉਹ ਇਦੋਂ ਵੱਡਾ ਸਬੂਤ ਤੁਹਾਨੂੰ ਕੀ ਦੇ ਦੇ ਵੀ ਮੇਰੇ ਸਿਰ ਕਰਜ਼ਾ। ਸਾਡੇ ਅਗਵਾਈ ਨਹੀਂ ਕਰਦੇ ਹੈਗੇ ਸਾਡੇ, ਤਾਂ ਜੇ ਅਸੀਂ ਮੈਂ ਇੱਕ ਸਵਾਲ ਵੀ ਪੁੱਛੂੰਗੀ ਤਾਂ ਉੱਥੋਂ ਭੱਜਣ ਦੀ ਗੱਲ ਕਰਦੇ ਹਾਂ। ਲੈ ਵੀ ਅੱਜ ਦੇਸ਼ ਪੁਆਧ ਤੇ ਦੇਸ਼ ਮਾਲਵੇ ਨੂੰ ਜਾ ਰਹੇ ਹਾਂ ਯਾਰ। ਬਹੁਤ ਵਧੀਆ ਮੌਸਮ ਹੈ, ਬੱਦਲ ਹੋਇਆ ਵਾ। ਇੱਧਰ ਮੈਂ ਇੱਕ ਟੋਬੇ ਕੇ ਕੰਢੇ ਪਰ ਖੜਿਆ। ਸੋ ਮਾਲਵੇ ਦੇਸ਼ के ਵਿੱਚ ਬੋਲੀ ਵੀ ਇੱਕ ਚੱਲ ਮਾਲਵੇ ਦੇਸ਼ ਨੂੰ ਚੱਲੀਏ ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ। ਪਰ ਇਹ ਵਾਰ ਹਮੇ ਬਹੁਤ ਦੂਰ ਆ ਗਏ ਹੈ। ਕਿੱਕਰਾਂ ਨੂੰ ਅੰਬ ਲੱਗਣੇ ਵਾਲੀ ਕਹਾਣੀ ਤੇ ਵੀ ਕਿੱਕਰਾਂ ਤੇ ਵੀ ਬਹੁਤ ਦੂਰ ਆ ਗਏ ਹੈ। ਕਿੱਕਰਾਂ ਵੀ ਕਿਤੇ ਕਿਤੇ ਰਹਿ ਗਈਆਂ। ਸੋ ਅੱਜ ਮਾਲਵੇ ਦੇਸ਼ के ਵਿੱਚ ਜਿਹੜੀਆਂ ਤਰਾਸਦੀਆਂ ਬਹੁਤ ਸਾਰੀਆਂ ਤਰਾਸਦੀਆਂ ਜ਼ਿੰਦਗੀ ਹੈ ਉਹਨਾਂ ਦੇ ਬਾਰੇ में कुछ ਆਪਾਂ बातें करेंगे। कुड़ी एक पंजाबी यूनिवर्सिटी के विच पत्रकारी का कोर्स कर रही है, किरणजीत कौर। उससे सुनेंगे भी मालवे की जी त्रासदी है, नरमा पट्टी है, उसके विच ये सारा कुछ क्यों वापर रहा। सो आओ अज चलें मालवे के पिंड झनीर नूं, उत्थे जाके सुने मालवे की बातें। बापू जी सत श्री अकाल। बापू जी सत श्री अकाल, की हाल ने? बहुत बढ़िया, चढ़ती कला है। हाँ इतने गुरुद्वारा साहब कितने है जिथे डिस्पेंसरी है? गुरुद्वारा साहब तो यहाँ जाओगी, नहीं डिस्पेंसरी भी इतने इधर दसिया अगे किसी ने। कहाँ जाओ? ठीक है, इथों आ सड़क और बढ़िया जी। बढ़िया चादरा बहुत जच रहा। चारा तो मैंने ये चादरा लागे 82 साल की उम्र होगी। 82? 82। अच्छा, हाँ साढ़े 41 10 कत्ता 25 अक्टूबर बल्ले पता सारा कुछ। मैं मैट्रिक करी है। अच्छा जी, क्या बात है, बहुत कमाल। ठीक है जी। कोई कुछ दुखदा नहीं, कुछ नहीं दुखदा, पूरी चढ़ती कला है। ते हुण जाके मैं 4 भरियां हरे ਦੀਆਂ ਵੱਢਣੀਆਂ ਨੇ। अच्छा, हाँ कमाल है, बहुत चंगा लगे जी। चंगा। सत श्री अकाल, क्या बात है, कमाल दे बंदे हैं ਇਹੋ ਜਿਹੇ ਬੰਦੇ ਵੀ ਤੇ ਭਾਈ ਪਹਿਲਾਂ ਚਾਦਰਿਆਂ ਵਾਲੇ 10ਵੀਂ ਕਰੀ ਕਿਹੜੇ ਜ਼ਮਾਨੇ ਵਾ। भाई झनीर के बिच आ गए हैं, देखो मालवे के गढ़मा। वाह भाई वाह, उरे यार अपने उधर चंडीगढ़ ने तबाही मचाती, उधर तो कोई दिखता ही नहीं है। मकान क्या फलाना क्या संग मरमर प्लेटा। उरे जिहड़ा हैगा जी खुला खड़ा चल रहा, ईंटां वाले मकान बिना कली ते ਜਾਂ ਬਿਨਾਂ ਪਲਸਤਰ ਦੇ।
ਉਹ ਖੜੀ ਕੁੜੀ ਦੇਖੋ, ਉਹ ਖੜੀ ਉਹ ਭਾਈ ਕੁੜੀ ਖੜੀ ਹੈ, ਉਹਦੇ ਕੋਲ ਜਾਣਾ ਆਪਾਂ ਨੇ। ਮੋੜੋ ਵੀ ਗੱਡੀ। ਫੋਨ ਮਾਰਿਆ ਤੇ ਨੇ ਦੱਸਿਆ ਤਾਂ ਵੀ ਇੱਧਰ ਨੂੰ ਆ ਸਾਡਾ ਘਰ, ਪਰ ਪਤਾ ਨਹੀਂ ਲੱਗਿਆ। ਲੂਰੀ ਖੜਾ ਲੈ ਤੇ ਨੇ, ਫਿਰ ਬਾਅਦ ਚ ਕਰਦੇ ਅੰਦਰ, ਪਹਿਲਾਂ ਕਰਨੀ ਹੈ। ਮੈਂ ਕਹਿੰਦਾ ਉਰੀ ਖੜਾ ਲਿਆ ਜੇ, 1 ਮਿੰਟ ਮੈਂ ਉੱਤਰ ਜਾ। ਸਤਿ ਸ਼੍ਰੀ ਅਕਾਲ ਬਈ। ਮਾਨਸੇ ਕੇ ਘਰਾਂ ਦੇ ਵਿੱਚ ਆ ਗਏ, ਕਿਆ ਬਾਤ ਹੈ। ਲੈ ਮੈਂ ਜੁੱਗਾਂ ਵਾਦ ਨਾ ਉਰੇ ਮਿੱਟੀ, ਉਧਰ ਮਾਰੇ ਚੰਡੀਗੜ੍ਹ ਕਰੀ ਤਾਂ ਮਿੱਟੀ ਰਹੀ ਨਹੀਂ। ਮਿੱਟੀ ਇਹ ਦੇਖਣੇ ਨੂੰ ਜੁੱਗ ਬੀਤ ਗਏ ਬਈ, ਕਿਆ ਬਾਤ ਹੈ। ਮਿੱਟੀ ਦੀ ਇਹ ਚੀਜ਼ ਨਹੀਂ ਜਿੰਦੇ ਮਿੱਟੀ ਰਹੋ, ਚਿੱਟੀ ਹੋਣ ਦੀ ਕੋਸ਼ਿਸ਼ ਨਾ ਕਰ, ਮਿੱਟੀ ਰਹੋ ਬਈ। ਗੁਰਦਾਸ ਮਾਨ ਨੇ ਬਹੁਤ ਕਮਾਲ ਗਾਇਆ, ਪਰ ਅੱਜ ਕੱਲ੍ਹ ਗੁਰਦਾਸ ਮਾਨ ਨੂੰ ਵਿਚਾਰੇ ਨੂੰ, ਜਿਨ੍ਹਾਂ ਕੇ ਆਪਣੇ ਨਿਆਣੇ ਕੌਨਵੈਂਟ ਮਾ ਪੜ੍ਹਾਂ, 100 ਤੱਕ ਗਿਣਤੀ ਨਹੀਂ ਆਉਂਦੀ, 2 ਵਾਲਾ ਪਹਾੜਾ ਨਹੀਂ ਆਉਂਦਾ, ਉਹ ਕਹਿ ਰਹੇ ਆ ਗੁਰਦਾਸ ਮਾਨ ਗੱਦਾਰ ਹੈ। ਉਸਨੇ ਜੋ ਜਿਹੜੇ ਕਿਹਾ ਤਾਂ ਉਹ ਤਾਂ ਗਲਤ ਹੈ, ਮੈਂ ਉਸ ਕੋਲ ਸਹਿਮਤ ਨਹੀਂ, ਪਰ ਜਿਹੜੇ ਜਿਨ੍ਹਾਂ ਦਾ ਆਪਣਾ ਜੋ ਹਾਲ ਹੈ ਉਹ ਕਹਿੰਦੇ ਫਿਰਾਂ ਬਈ ਬਹੁਤ ਉਹ ਆਇਆ ਆਨੰਦ ਉਰੇ। ਇਹ ਕੌਣ ਇਹ ਹੈ? ਮੇਰੇ ਮਾਸੀ ਜੀ ਆ। ਮਾਸੀ ਸਤਿ ਸ਼੍ਰੀ ਅਕਾਲ ਜੀ। ਅੱਜ ਹਮੇ ਥਾਰੇ ਮਾਲਵੇ ਮੈਂ ਤੁਹਾਨੂੰ ਆਪਣੀ ਬੋਲੀ ਸੁਣਾਉਣ ਆਈ ਹਾਂ। ਵਾਹ ਜੀ, ਥਾਰਾ ਘਰ ਕਿੱਧਰ ਹੈ? ਮਾਸੀ ਦਾ ਹੈਗਾ ਏਰੀਆ ਮੂਨਕ ਹੈ, ਪਰ ਮਾਸੀ ਇੱਥੇ ਆ ਕੇ ਅਸੀਂ ਮਲਵਈ ਸਿਖਾਤੀ ਹੈ। ਨਹੀਂ ਵਧੀਆ ਵਧੀਆ, ਆਪਣੀ ਬੋਲੀ ਵੀ ਰੱਖਣੀ ਚਾਹੀਦੀ ਹੈ, ਸਾਰੀਆਂ ਸਿੱਖੋ। ਸਰ ਇੰਨਾ ਨਹੀਂ ਸਾਡੇ ਫਿਰ ਜਾਖਲ ਤਲਵਾੜਾ ਵਾਂਗਰੂ ਜਿਹਾ ਬੋਲਦੇ ਹੂੰ ਤੇ ਬੱਲਰਾ ਤੇ ਜਾਖਲ ਦਾ ਫਰਕ ਹੈ। ਮਾਰੇ ਉਸ ਇਲਾਕੇ ਮਾ ਤਾਂ ਮੈਂ ਕਦੇ ਦੇਖਿਆ ਨਹੀਂ ਕਿਸੇ ਦਾ ਕੱਚਾ ਵਿਹੜਾ ਹੈ, ਉੱਥੇ ਵੀ ਵਿਹੜੇ ਮਾ ਵੀ ਕਈਆਂ ਨੇ ਸੰਗਮਰਮਰ ਦੀ ਪਲੇਟਾਂ ਲਾਈ ਵੀਆਂ। ਥਮੇ ਅਜੇ ਹੈਗੇ ਆ ਬਚੇ ਵੇ, ਤੁਹਾਨੂੰ ਅਜੇ ਉਹ ਸੱਪ ਨੇ ਡੰਗਿਆ ਨਹੀਂ ਜਿਹੜਾ ਮੈਨੂੰ ਡੰਗ ਗਿਆ। ਨਹੀਂ ਡੰਗਿਆ ਤਾਂ ਹੈ, ਪਰ ਹਜੇ ਅਸੀਂ ਉਹ ਤੋਂ ਬਚੇ ਆ। ਘੱਟ ਹੈ ਜੀ ਡੰਗ। ਹਾਂ ਘੱਟ ਹੋਇਆ, ਜ਼ਹਿਰ ਘੱਟ ਚੜਿਆ ਜੀ ਸਾਨੂੰ ਤਾਂ। ਥਾਰਾ ਘਰ ਕਿੱਧਰ ਨੂੰ ਹੈ? ਅੱਛਾ ਅੰਦਰ ਨੂੰ। ਇਹ ਭਾਈ ਗੁੱਡੀ ਪਾਏ ਹਮੇ ਤੇ ਇਹਨਾਂ ਦਾ ਅੱਛਾ, ਇਹ ਘਰ ਕਾ ਜਾਣੇ ਰਸਤਾ ਆ ਜੀ। ਇਹਦਾ ਪੁਰਾਣੇ ਕਿਲਿਆਂ ਵਾਂਗੂ, ਇਹਦਾ ਪੁਰਾਣੇ ਕਿਲਿਆਂ ਵਾਂਗੂ ਰੱਖਿਆ ਵਾ। ਲੈ ਬਈ, ਵਾਹ ਬਈ ਵਾਹ, ਇਹ ਤਾਂ ਬਹੁਤ ਵਧੀਆ ਰਸਤਾ ਬਣਾਇਆ ਵਾ, ਕੀ ਬਾਤ ਹੈ। ਅੱਛਾ ਥਾਰੇ ਉਰੇ ਨਹੀਂ ਕਦੇ ਕਹਿੰਦੇ ਵੀ ਜਿਸ ਤਰ੍ਹਾਂ ਮਾਰੇ ਇਲਾਕੇ ਮਤਲਬ ਹੈ ਨਹੀਂ ਵੀ ਇਹ ਕੱਚੇ, ਕੋਈ ਰੌਲਾ ਮਾਡਰਨਿਟੀ ਵਾਲਾ ਰੌਲਾ ਤਾਂ ਨਹੀਂ ਪੈਂਦਾ? ਪੈਂਦਾ ਤਾਂ ਹੈ, ਬਟ ਪਰਿਵਾਰ ਇਹਦੇ ਵਿੱਚ ਜ਼ਿਆਦਾ ਖੁਸ਼ ਨੇ। ਬੱਚੇ ਵੀ ਤਾਂ ਹੀ ਨਿਆਣੇ ਨੂੰ ਦਵਾਈ ਦੀ ਲੋੜ ਨਹੀਂ ਐਲਰਜੀ ਤੇ ਬਚੇ ਵੇ। ਜੇ ਬੱਚੇ ਹੁਣ ਮੰਨ ਲਓ ਜਿਹੜੀ ਭੈਣ ਦਾ ਉਹ ਬੇਟਾ ਬੈਠਾ 5 ਦਿਨ ਉੱਥੇ ਰਹਿ ਕੇ 3 ਦਿਨ ਇੱਥੇ ਖੇਡਣ ਲਈ ਆਉਂਦਾ ਮਿੱਟੀ 'ਚ, ਫਿਰ ਸ਼ਹਿਰ 'ਚ। ਕੀ ਬਾਤ ਹੈ, ਚਲੋ ਬਹੁਤ ਵਧੀਆ ਜੀ। ਉਹ ਮੇਰੇ ਫਾਦਰ ਸਾਹਿਬ ਨੇ ਤੇ ਇਹ ਮੇਰੇ ਦਾਦਾ ਜੀ ਨੇ। ਇਹਨਾਂ ਦੀ ਉਮਰ ਕਿੰਨੀ ਸੀ ਦਾਦਾ ਜੀ ਦੀ? ਦਾਦਾ ਜੀ ਦੀ ਉਮਰ ਹੈਗੀ ਸੀਗੀ 82, 82 ਸਾਲ ਦੇ ਸੀਗੇ। ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ ਨੇਗੇ ਉਦੋਂ ਇਹਨਾਂ ਦੀ ਉਮਰ ਸੀ 48 ਸਾਲ ਦੀ। ਇਹਨਾਂ ਦੀ ਕਿੰਨੀ ਉਮਰ ਸੀ ਬਾਪੂ ਜੀ? ਫਾਦਰ ਜੀ ਮੇਰੇ ਦੀ 48 ਸਾਲ ਦੀ ਸੀ। ਬਹੁਤ ਚਲੋ ਖੈਰ, ਬੈਠੋ ਤੁਸੀਂ, ਮੈਂ ਚਾਹ ਪਾਣੀ ਲੈ ਕੇ ਆਈ ਤੇ ਮੈਂ ਚੇਂਜ ਕਰਿਆ। ਲੈ ਵੀ ਇਸ ਟਾਈਮ ਮੈਂ ਦੇਸ਼ ਮਾਲਵੇ ਦੇ ਵਿੱਚ ਪਹਿਲਾਂ ਸਾਰੇ ਦੇਸ਼ ਹੋਏ ਕਰੇ ਤੇ ਮਾਲਵਾ ਦੇਸ਼, ਦੁਆਬਾ ਦੇਸ਼, ਦੇਸ਼ ਪੁਆਧ। ਧਰਤੀ ਕੀ ਬਹੁਤ ਵੰਨ ਸਵੰਨਤਾ ਤੀ, ਬੜੇ ਰੁੱਖ ਬੂਟੇ ਤੇ ਬੜੇ ਪੌਣ ਪਾਣੀ ਤੇ। फिर हरा इनकलाब आया, बहुत तरक्की करी कहाँ भाई दुनिया ने, पंजाब ने खास करके। खेतीबाड़ी यूनिवर्सिटी हरा इनकलाब का गढ़ती, और फिर रेस स्प्रेस बहुत कुछ होया ते खेतों के विच जिहड़े फसलों की जगह जिहड़ा हैगा जहरां पैदा होईयां ते उत्थे ते शुरू होया फिर किसान खुदकशियां का दौर। बहुत सारे खेतों के पुत जिहड़े अपनी जिंदगियां वार गए इन्हां सारियां चीज़ां नाल लड़दे हुए। हरे इनकलाब की जिहड़ी खुशहाली थी उन्हां वास्ते काल बन गई। सो अज मैं उरे झनीर के विच मेरी गैल अज किरणजीत कौर है तो इन्हां ने एक जथेबंदी बनाई हुई है जिहड़ी कि खुदकशियां कर गए परिवार है उन्हां वास्ते, उन्हां के हक्कां वास्ते जंग लड़ रही है। इन्हां के अपने परिवार के विच भी इन्हां के पिताजी इसी त्रासदी का शिकार हो गए थे। सो किरणजीत के पास आए अज हमें भी इन्हां ते जानेंगे भी सारे मसले की जड़ कित्थे है। किरणजीत किस तरह लगा भी जोड़ा जिस तरह बात कर रहा था भी हरा इनकलाब है जोड़ा, पहला तो कदे इस तरह के दौर नहीं है, हज़ारों सालों की खेती हो रही है,
ਲਗਾ ਕਿਆ ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਜਿਹੜੇ ਤਰਾਸਦੀਆਂ ਹੋ ਰਹੀਆਂ, ਖੁਦਕਸ਼ੀਆਂ ਹੋ ਰਹੀਆਂ, ਕਿੰਨੇ ਸੈਂਕੜੇ ਪਰਿਵਾਰ ਜਿਹੜੇ ਹੈਗੇ, ਮੇਰੇ ਖਿਆਲ 1000 ਮਾ ਆ ਗਏ ਹੁਣ, ਇਸ ਤੋਂ ਵੱਧ ਹੋ ਗਏ, ਮੈਨੂੰ ਪਤਾ ਨਹੀਂ, ਤੁਹਾਨੂੰ ਗਿਣਤੀ ਜ਼ਿਆਦਾ ਪਤਾ। ਇਸਕੇ ਪਿੱਛੇ ਤੁਹਾਨੂੰ ਮੂਲ ਕਾਰਨ, ਮੂਲ ਕੋਈ ਜੜ ਕਿੱਥੇ ਹੈ? ਦੇਖੋ, ਜਦੋਂ ਅਸੀਂ ਥੋੜਾ ਜਿਹਾ ਪਿੱਛੇ ਝਾਤ ਮਾਰਦੇ ਆ, ਜਿਵੇਂ ਮੇਰੇ ਦਾਦਾ ਜੀ ਕਹਿ ਲਓ, ਉਹ ਜਦੋਂ ਉਹ ਖੇਤੀ ਕਰਦੇ ਸੀਗੇ ਨਾ, ਇੱਕ ਨੈਚੁਰਲ ਖੇਤੀ ਸੀਗੀ, ਕੁਦਰਤੀ ਖੇਤੀ ਸੀਗੀ, ਹੈ ਨਾ। ਕੁਦਰਤੀ ਖੇਤੀ ਸੀਗੀ, ਉਨੀ ਕਣਕ ਹੁੰਦੀ ਸੀ, ਬਾਜਰਾ ਸੀ, ਮੱਕੀ ਸੀ, ਦਾਲਾਂ ਸੀ, ਉਹ ਪੈਦਾ ਹੁੰਦੀਆਂ ਸੀ ਤੇ ਘਰ ਦੇ ਵਿੱਚ ਉਹੀ ਲੋੜਾਂ ਸੀਗੀਆਂ, ਉਹੀ ਖਾਂਦੇ ਸੀ। ਮਤਲਬ ਉਹ ਇੱਕ ਸੀਮਤ ਲੋੜਾਂ ਸੀਗੀਆਂ, ਹੈ ਨਾ। ਤੇ ਉਹ ਜਦੋਂ ਸਾਡੇ ਖੇਤਾਂ ਦੇ ਵਿੱਚ ਉਹੀ ਉਗਦਾ ਸੀ ਤੇ ਅਸੀਂ ਉਹੀ ਖਾ ਲੈਂਦੇ ਸੀਗੇ। ਤੇ ਇੱਕ ਉਹ ਮਾਰਕੀਟਿੰਗ ਦਾ ਤੇ ਇੱਕ ਜਿਹੜਾ ਹੁਣ ਕੰਪੀਟੀਸ਼ਨ ਇੱਕ ਚੱਲਿਆ ਹੋਇਆਗਾ, ਉਹ ਨਹੀਂ ਸੀਗਾ। ਫਿਰ ਇਹ ਤੋਂ ਬਾਅਦ ਹਰਾ ਇਨਕਲਾਬ ਆਉਂਦਾ। ਹਰੇ ਇਨਕਲਾਬ ਨੇ ਕੀ ਕੀਤਾ ਵੀ ਤੁਸੀਂ ਵੱਧ ਤੋਂ ਵੱਧ ਅਨਾਜ ਪੈਦਾ ਕਰ ਦਿਓ, ਅਨਾਜ ਦੇ ਜਿਹੜੇ ਭੰਡਾਰ ਨੇ ਉਹਨਾਂ ਨੂੰ ਭਰ ਦਿਓ। ਤੇ ਉਦੋਂ ਸਰਕਾਰ ਨੇ ਇੱਕ ਸਿਸਟਮ ਬਣਾਤਾ ਵੀ ਤੁਹਾਨੂੰ ਲੋਨ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇਗੀਆਂ। ਉਦੋਂ ਜਿਹੜਾ ਸਾਡੇ ਇੱਕ ਝੋਨੇ ਦਾ ਚੌਲ ਪੈਦਾ ਕਰਨ ਦਾ, ਜਿਹੜੀ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮਤਲਬ ਚੌਲ ਖਾਧਾ ਵੀ ਨਹੀਂ ਜਾਂਦਾ, ਸਾਡੀ ਮਤਲਬ ਖੁਰਾਕ ਵੀ ਹੈ ਨਹੀਂ, ਹੈ ਨਾ। ਤੇ ਸਭ ਤੋਂ ਜ਼ਿਆਦਾ ਸਾਡੇ ਕਣਕ ਹੀ ਉਹ ਹੁੰਦੀ ਹੈ। ਤੇ ਉਹ ਇੱਕ ਪੈਦਾ ਕਰਤਾ ਵੀ ਜਿਹੜੀ ਸਰਕਾਰ ਦੇ ਜਿਹੜੇ ਭੰਡਾਰ ਸੀ ਉਹ ਭਰਨ ਦੇ ਲਈ। ਤੇ ਉਹਦੇ ਵਿੱਚ ਸਾਡੀ ਪਾਣੀ ਦੀ ਵੀ, ਜਿਹੜਾ ਧਰਤੀ ਹੇਠਲਾ ਪਾਣੀ ਸੀਗਾ, ਉਹ ਵੀ ਖਤਮ ਹੁੰਦਾ ਜਾ ਰਿਹਾ। ਤੇ ਉਹਦੇ ਵਿੱਚ ਜਿਹੜੀਆਂ ਕੀਟਨਾਸ਼ਕ ਦਵਾਈਆਂ ਸੀਗੀਆਂ, ਸਪਰੇਆਂ ਸੀਗੀਆਂ, ਤੇ ਉਹ ਵੀ ਵੱਧਦੀਆਂ ਗਈਆਂ। ਤੇ ਉਹ ਜਿਹੜੀ ਹਰੀ ਕ੍ਰਾਂਤੀ ਸੀਗੀ, ਹਰਾ ਇਨਕਲਾਬ ਜਿਹਨੂੰ ਕਿਹਾ ਗਿਆ, ਉਹਨੇ ਇੱਕ ਵਾਰ ਤਾਂ ਹੁਲਾਰਾ ਦੇਤਾ ਵੀ ਉਹਦੇ ਵਿੱਚ ਸਾਡੇ ਕੋਲੇ ਪੈਸਾ ਆਇਆ, ਹੈ ਨਾ। ਜਦੋਂ ਸਾਡੇ ਕੋਲੇ 5-4 ਸਾਲ ਹੀ, ਉਹ ਇੱਕ 5-4 ਸਾਲ ਦੀ ਖੇਡ ਸੀਗੀ, 5-4 ਸਾਲ ਦੀ ਵੀ ਨਹੀਂ ਸੀ, ਇਦੋਂ ਘੱਟ ਹੀ ਸੀ। ਉਸ ਖੇਡ ਨੇ ਸਾਨੂੰ, ਜਦੋਂ ਸਾਨੂੰ ਬੈਂਕਾਂ ਤੋਂ ਲੋਨ ਲੈਣ ਮਿਲ ਗਏ, ਸਾਡੇ ਕੋਲ 2 ਪੈਸੇ ਸਾਡੇ ਹੱਥ 'ਚ ਆਉਣ ਲੱਗ ਗਏ, ਉੱਥੋਂ ਇੱਕ ਉਹ ਵੱਧਦਾ ਗਿਆ ਲਾਲਚ ਵੀ ਪੈਸੇ ਦੀ ਖੇਡ ਹੈ ਜੀ, ਪੈਸਾ ਤਾਂ ਇਸ ਤਰੀਕੇ ਨਾਲ ਕਮਾਇਆ ਜਾਂਦਾ। ਤੇ ਉਦੋਂ ਸਰਕਾਰ ਨੇ ਇੱਕ ਟੌਫੀ, ਮਤਲਬ ਇੱਕ ਮਿੱਠੀ ਗੋਲੀ ਦੇਤੀ। ਤੇ ਜਦੋਂ ਉਹ ਮਿੱਠੀ ਗੋਲੀ ਆਈ ਤੇ ਇਸ ਤੋਂ ਬਾਅਦ ਉਹਨੇ ਜ਼ਹਿਰ ਦਾ ਕੰਮ ਕੀਤਾ ਹੈ ਉਸ ਗੋਲੀ ਨੇ। ਤੇ ਜਦੋਂ ਸਰਕਾਰ ਨੇ ਆਪਣਾ ਹੱਥ ਖਿੱਚ ਲਿਆ ਤੇ ਜਿਹੜੀਆਂ ਬੈਂਕਾਂ ਤੋਂ ਕਿਸਾਨਾਂ ਨੇ ਉਹ ਸਬਸਿਡੀਆਂ ਦੇ ਰੂਪ ਦੇ ਵਿੱਚ ਉਹ ਕਰਜ਼ਾ ਮਿਲਿਆ, ਉਹ ਸਾਰੀਆਂ ਚੀਜ਼ਾਂ, ਤੇ ਉਹੀ ਇਸ ਤੋਂ ਬਾਅਦ ਉਹੀ ਖੇਤਾਂ ਦੇ ਵਿੱਚ ਜਿਹੜੇ ਉਹ ਦਰਖਤ ਸੀ, ਉਹੀ ਰੱਸੇ ਉਹਨਾਂ ਦੀ ਜਾਨ ਦਾ ਜਿਹੜਾ ਉਹ ਬਣ ਕੇ ਖਾ ਬਣੇ, ਉਹੀ ਖੇਤਾਂ ਦੇ ਵਿੱਚ ਉਹੀ ਰੱਸਿਆਂ ਨਾਲ ਆਪਦੇ ਗਲ 'ਚ ਪਾਈ ਫਾਹਾ ਲੈਣ ਲੱਗੇ। ਮਤਲਬ ਉਹ ਸਭ ਤੋਂ ਵੱਡੀ ਤਰਾਸਦੀ ਜਿਹੜੀ ਮਾਲਵਾ ਕਾਟਨ ਬੈਲਟ ਦੀ ਰਹੀ ਹੈ, ਕਿਉਂਕਿ ਜਿਹੜੇ ਏਰੀਏ ਦੇ ਵਿੱਚ ਤਾਂ ਕਣਕ ਝੋਨਾ ਲੱਗਦਾ ਹੈ, ਚੌਲਾਂ ਦੀ ਖੇਤੀ ਹੁੰਦੀ ਹੈ, ਉੱਥੇ ਤਾਂ ਥੋੜ੍ਹਾ ਜਿਹਾ ਹੈ। ਪਰ ਜਿਹੜਾ ਮਾਲਵੇ ਦੇ ਵਿੱਚ ਜਿਹੜੀ ਨਰਮੇ ਵਾਲੀ, ਨਰਮਾ ਪੱਟੀ ਦੇ ਨਾਂ 'ਤੇ ਜਾਣਿਆ ਜਾਂਦਾ ਹੈਗਾ, ਤੇ ਭਾਵੇਂ ਉਹ ਹਰ ਵਾਰ ਸਮੇਂ ਦੀ ਸਰਕਾਰ ਦੇ ਵਿੱਚ ਭਾਵੇਂ ਉਹ ਚਿੱਟੀ ਮੱਖੀ ਦਾ ਸ਼ਿਕਾਰ ਹੋਏ ਜੀ, ਤੇ ਭਾਵੇਂ ਹੁਣ ਜਿਹੜਾ ਖਾਸ ਕਰਕੇ ਮਾਨਸਾ ਜ਼ਿਲ੍ਹਾ ਹੈਗਾ, ਇਹਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਆ ਉਹ ਕਾਫੀ ਡੂੰਘਾ ਚਲਾ ਗਿਆ। ਜਿਵੇਂ ਇੱਥੇ ਹੁਣ 800 ਤੇ 1000 ਦੇ ਵਿੱਚ ਫੁੱਟ ਦੇ ਵਿਚਕਾਰ ਜਿਹੜਾ ਬੋਰ ਲੱਗਦਾ ਹੈਗਾ, ਉਹ 'ਤੇ 5-4 ਲੱਖ ਰੁਪਇਆ ਖਰਚਾ ਆਉਂਦਾ। ਤੇ ਹੁਣ ਰੇਸ ਲੱਗੀ ਹੋਈ ਹੈ, ਦੌੜ ਬਹੁਤ ਵੱਡੀ ਦੌੜ ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਬੰਦਾ ਪਿੱਛੇ ਰਹਿ ਗਿਆ, ਹੈ ਨਾ। ਮਤਲਬ ਸਮਾਜ ਦਾ ਜਿਹੜਾ ਸਾਡਾ ਪਿੰਡ ਹੈ ਜਾਂ ਜਿੱਥੇ ਅਸੀਂ ਰਹਿ ਰਹੇ ਹਾਂ, ਉੱਥੇ ਉਹ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ, ਤੇ ਉਹਨੇ ਮਤਲਬ ਉਸ ਬੰਦੇ ਨੂੰ ਮਾਰਨ ਲਈ ਮਜਬੂਰ ਕਰਤਾ। ਤੇ ਨਹੀਂ ਤਾਂ ਮੈਨੂੰ ਇਹ ਲੱਗਦਾ ਹੁੰਦਾ ਹੈਗਾ ਵੀ ਕਿਹੜਾ ਬੰਦਾ 90 ਸਾਲ ਦਾ ਬਜ਼ੁਰਗ ਵੀ ਹਸਪਤਾਲ 'ਚ ਪਿਆ ਕਹਿੰਦਾ ਹੁੰਦਾ ਹੈਗਾ ਵੀ ਮੈਂ ਜ਼ਿੰਦਗੀ ਜਿਉਣੀ ਹੈ, ਮਰਨਾ ਨਹੀਂ ਹੈਗਾ, ਮੈਨੂੰ ਬਚਾ ਲਓ, ਮੈਂ 10 ਸਾਲ ਹੋਰ ਜਾਵਾਂ। ਤੇ ਮਰਨਾ ਇੰਨਾ ਸੌਖਾ ਤਾਂ ਹੈ ਨਹੀਂ, ਉਹਦੇ ਲਈ ਇੱਕ ਬਹੁਤ ਵੱਡਾ ਸਵਾਲ ਹੁੰਦਾ ਹੈ ਨਾ। ਤੇ ਇਹ ਸਾਰਾ ਸਿਸਟਮ ਜਿਹੜਾ ਉਹ ਹਰੀ ਕ੍ਰਾਂਤੀ ਆਈ, ਹਰੀ ਕ੍ਰਾਂਤੀ ਨੇ ਇੱਕ ਮਿੱਠੀ ਸਾਨੂੰ ਗੋਲੀ ਦੇ ਕੇ ਉਸ ਨੇ ਬਾਅਦ ਵਿੱਚ ਜ਼ਹਿਰ ਦਾ ਕੰਮ ਕੀਤਾ। ਵੈਸੇ ਥਾਰਾ ਜਿਹੜਾ ਹੈਗਾ ਨਿੱਜੀ ਤੌਰ 'ਤੇ ਤੁਹਾਨੂੰ ਤਰਾਸਦੀ ਦਾ ਸ਼ਿਕਾਰ ਹੋਣਾ ਪਿਆ, ਉਹਦੇ ਬਾਰੇ ਦੱਸਿਓ ਮਾੜਾ ਜਿਹਾ ਵੀ ਥਾਰਾ ਕਿਸ ਤਰ੍ਹਾਂ ਉਹ ਕਰਜ਼ੇ ਵਾਲਾ ਇੱਕ ਜਿਹੜਾ ਸੰਗਲ ਤਾਂ ਉਹ ਵੱਧਦਾ ਚਲਿਆ ਗਿਆ। ਤੇ ਇਹ ਸਾਰੀ ਦੇਖੋ, ਜਦੋਂ ਮਤਲਬ ਇੱਕ ਅਸੀਂ ਨੋਰਮਲ ਬਿਲਕੁਲ ਸਿੰਪਲ ਪਰਿਵਾਰ ਸੀ, ਹੈ ਨਾ, ਸਧਾਰਨ ਇੱਕ ਕਿਸਾਨ ਸੀਗੇ, ਖੇਤੀ ਕਰਦੇ ਸੀ, ਉਸੇ ਖੇਤੀ ਦੇ ਵਿੱਚੋਂ ਸਾਡਾ ਘਰ ਚੱਲਦਾ ਸੀ, ਖੇਤੀ 'ਤੇ ਨਿਰਭਰ ਸੀ, ਅਸੀਂ ਉਸੇ 'ਚੋਂ ਪੜ੍ਹਦੇ ਸੀ, ਉਹੀ ਖਾਣਾ ਸੀ, ਉਹਨਾਂ ਪਸ਼ੂਆਂ 'ਤੇ ਖੇਤੀ 'ਤੇ ਸਾਡਾ ਸਾਰਾ ਸਿਸਟਮ ਚੱਲਦਾ ਸੀਗਾ, ਹੈ ਨਾ। ਇਹ ਤੋਂ ਬਾਅਦ ਬਿਮਾਰੀ ਆਈ, ਬਿਮਾਰੀ ਦੇ ਨਾਲ ਇਲਾਜ ਇੰਨਾ ਜ਼ਿਆਦਾ ਮਹਿੰਗਾ ਸੀਗਾ, ਹੈ ਨਾ। ਅਤੇ ਮੈਨੂੰ ਮਤਲਬ ਸੱਪ ਨੇ ਕੱਟਿਆ, ਪ੍ਰਾਈਵੇਟ ਹੋਸਪਿਟਲ ਲੈ ਗਏ, ਉੱਥੇ ਖਰਚਾ ਆ ਗਿਆ। ਇਹ ਤੋਂ ਬਾਅਦ 2014 ਅਤੇ 15 ਦੇ ਵਿੱਚ ਜਿਹੜੀ ਨਰਮੇ ਦੀ ਮਤਲਬ ਫਸਲ ਸੀ ਉਹ ਖਰਾਬ ਹੁੰਦੀ ਰਹੀ ਚਿੱਟੀ ਮੱਖੀ ਕਾਰਨ, ਹੈ ਨਾ। ਉਹ ਚਿੱਟੀ ਮੱਖੀ ਦੇ ਕਰਕੇ ਜਿਹੜਾ ਨਰਮਾ ਸੀਗਾ ਨਾ ਸਾਡੇ, ਉਸ ਸਾਲ 12 ਏਕੜ ਦੇ ਵਿੱਚੋਂ ਸਿਰਫ 8 ਕਿਲੋ ਨਰਮਾ, ਉਹਦੇ ਉੱਤੇ 12 ਏਕੜ 'ਚੋਂ 8 ਕਿਲੋ, ਹਾਂ, ਖੁਦ ਦੀ ਜਿਹੜੀ ਜ਼ਮੀਨ ਸੀਗੀ ਉਹ ਅਲੱਗ ਸੀ, ਅਤੇ 8 ਕਿੱਲੇ ਸਾਡੇ ਜਿਹੜੇ ਠੇਕੇ 'ਤੇ ਸੀਗੇ, ਅਤੇ 2.25 ਲੱਖ ਰੁਪਇਆ ਸੀ ਉਹ ਠੇਕੇ ਦਾ ਭਰਿਆ, ਕਿਉਂਕਿ ਜਿਹੜੇ ਮਾਲਕ ਤੋਂ ਤੁਸੀਂ ਠੇਕੇ 'ਤੇ ਜ਼ਮੀਨ ਲਈ ਉਹ ਤੋਂ ਤੁਸੀਂ ਭਰਨੀ ਹੈ, ਹੈ ਨਾ, ਉਹ ਭਰਿਆ। ਇਸ ਤੋਂ ਬਾਅਦ ਜਿਹੜਾ ਤੁਸੀਂ ਉਹ 'ਤੇ ਮਤਲਬ ਵਿੱਚ ਪਾਇਆ, ਬੀਜ ਪਾਇਆ, ਰੇਹ ਸਪਰੇ, ਉਹ ਸਾਰੀਆਂ ਚੀਜ਼ਾਂ ਨੇ, ਉਹ ਵੀ ਤੁਸੀਂ ਵਾਪਸ ਕਰਨਾ, ਹੈ ਨਾ। ਉਹ ਸਾਰੀਆਂ ਚੀਜ਼ਾਂ ਮਤਲਬ ਮਿਲਾ ਕੇ ਸਾਰਾ ਕਰਜ਼ਾ 8 ਲੱਖ ਉਹ ਜੁੜਦਾ ਗਿਆ, ਹੈ ਨਾ। ਅਤੇ ਉਹ ਜਿਹੜੀ ਮਤਲਬ ਫਸਲ ਖਰਾਬ ਹੋਈ,
ਤੇ ਉਹਦੇ ਮਤਲਬ ਸਾਡੇ ਘਰੇ ਖਾਣ ਨੂੰ ਤਾਂ ਚਾਹੀਦੀ ਹੈ, ਹੁਣ ਪੇਟ ਤਾਂ ਖਾਣ ਨੂੰ ਮੰਗਦੇ ਹੀ ਆ। 2 ਸਾਲ ਫਸਲ ਨਹੀਂ ਹੁੰਦੀ, ਜਦੋਂ ਫਸਲ ਨਹੀਂ ਹੁੰਦੀ ਗੀ ਤਾਂ ਸਾਨੂੰ ਖਾਣ ਨੂੰ ਤਾਂ ਫਿਰ ਆੜ੍ਹਤੀਆਂ ਤੋਂ ਚੱਕੀ ਜਾਂਦੇ ਆ, ਕੋਈ ਹੋਰ ਤਾਂ ਸੋਰਸ ਹੈ ਹੀ ਨਹੀਂ, ਹੈ ਨਾ। ਤੇ ਉਹ ਸਾਰਾ ਜਿਹੜਾ ਬੈਂਕ ਦਾ ਵੀ ਪ੍ਰੈਸ਼ਰ ਹੈ, 1.5 ਲੱਖ ਦੀ ਲਿਮਟ ਹੈ, ਆੜ੍ਹਤੀਏ ਦਾ ਵੀ, ਉਹ ਅੱਗੇ ਦੀ ਅੱਗੇ ਅੜੀ ਜੁੜਦੀ ਗਈ। ਤੇ ਇਹ ਤੋਂ ਬਾਅਦ ਸੀ ਕੋਸ਼ਿਸ਼ ਵੀ 14 'ਚ ਨਹੀਂ ਹੋਈ ਜੀ, 15 'ਚ ਹੋ ਜੂਗੀ, 15 ਅਗਲੇ ਸਾਲ ਹੋ ਜੂ ਜੀ, ਅਗਲੇ ਸਾਲ 'ਚ ਜੋ ਕਿਤੇ ਤਾਂ ਸਮਾਂ ਐਸਾ ਆਏਗਾ ਨਾ। ਪਰ ਫਿਰ ਇਹ ਤੋਂ ਬਾਅਦ ਬੈਂਕ ਦਾ ਲਾਸਟ ਜਿਹੜਾ ਸੀਗਾ ਨੋਟਸ ਆਉਂਦਾ, ਉਹ ਆਉਂਦਾ ਵੀ ਤੁਸੀਂ ਜੂਨ ਦੇ ਵਿੱਚ ਜਿਹੜਾ ਬੈਂਕ ਦਾ ਦਿਨ ਹੈ ਤੇ ਨਹੀਂ ਤੁਹਾਨੂੰ ਹੱਥਕੜੀ ਲੱਗੇਗੀ। ਫਾਦਰ ਨੂੰ ਇਹ ਮਤਲਬ ਫੋਨ ਆਇਆ ਵੀ ਤੁਹਾਨੂੰ ਜੇਲ੍ਹ 'ਚ ਸੁੱਟਦਾ, ਹੈ ਨਾ। ਉਹਦਾ ਇੱਕ ਪ੍ਰੈਸ਼ਰ ਸੀਗਾ। ਤੇ ਉਹੀ ਖੇਤਾਂ 'ਚੋਂ ਜਿੱਥੇ ਅਸੀਂ ਮਤਲਬ ਸਾਡਾ ਘਰ ਚੱਲਦਾ, ਉਹੀ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਨੇ ਫਾਹਾ ਲੈਣਾ। ਬਹੁਤ ਔਖਾ ਹੈ। ਪਰ ਹੁਣ ਐਵੇਂ ਲੱਗਦਾ ਕਦੀ ਕਦੀ ਵੀ ਮੇਰੀ ਆਪਣੀ ਕਹਾਣੀ ਹੈ ਜਿਹੜੀ, ਇਹ ਮੇਰੇ ਘਰ ਤੋਂ ਇੱਥੋਂ ਸ਼ੁਰੂ ਹੁੰਦੀ ਹੈ। ਉਦੋਂ ਸਵਾਲ ਬਹੁਤ ਜ਼ਿਆਦਾ ਸੀਗੇ, ਸਵਾਲ ਸੀਗੇ ਵੀ ਇਹ ਕਿਉਂ ਹੋਇਆ, ਕਿਹਨੇ ਮਜਬੂਰ ਕੀਤਾ ਹੋਊਗਾ। ਇਹ ਤਾਂ ਛੋਟੀ ਗੱਲ ਸੀਗੀ, ਪਰ ਉਦੋਂ ਇਹ ਸਵਾਲ ਬਹੁਤ ਵੱਡੇ ਸੀ, ਕਿਤੋਂ ਜਵਾਬ ਨਹੀਂ ਮਿਲਦਾ ਸੀ। ਪਰ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਹੋਰ ਪਰਿਵਾਰਾਂ ਨੂੰ ਮਿਲਦੇ ਹੋ, ਮੇਰੇ ਪਿੰਡ ਦੇ ਵਿੱਚ ਮੈਨੂੰ ਉਦੋਂ ਪਤਾ ਲੱਗਿਆ ਵੀ 10 ਕੇਸ ਨੇਗੇ। ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਦੇਖਦੇ ਹੋਗੇ, ਫਿਰ ਇਸ ਤੋਂ ਬਾਅਦ ਉਹ ਨੇ ਕਿ ਤੁਹਾਨੂੰ ਆਪਣੀ ਪ੍ਰੋਬਲਮ ਬਹੁਤ ਛੋਟੀ ਲੱਗਣ ਲੱਗ ਜਾਂਦੀ ਹੈ, ਕਿਉਂਕਿ ਦੁਨੀਆ ਦੇ ਵਿੱਚ ਤੇ ਤੁਹਾਡੇ ਪਿੰਡਾਂ ਦੇ ਵਿੱਚ ਹੀ, ਤੁਹਾਡੇ ਇਹਨਾਂ ਵਿਹੜਿਆਂ ਦੇ ਵਿੱਚ ਹੀ ਉਹ ਬੱਚੇ ਵੀ ਨੇ ਜਿਹਦੇ ਕੋਲ ਰਹਿਣ ਲਈ ਛੱਤ ਨਹੀਂ। 1.5 ਸਾਲ ਦਾ ਬੱਚਾ ਜੀ, 3 ਸਾਲ ਦਾ ਜੀ, ਪਿਓ ਸਪਰੇਅ ਪੀ ਗਿਆ, ਮਾਂ ਨੇ ਕਿਤੇ ਹੋਰ ਵਿਆਹ ਕਰਾ ਲਿਆ, ਉਹ ਬੱਚੇ ਰੁਲ ਰਹੇ ਆ, ਹੈ ਨਾ। ਮਤਲਬ ਜਦੋਂ ਮੈਨੂੰ ਉਹੋ ਜਿਹੇ ਪਰਿਵਾਰ ਮਿਲੇ ਹੈ ਤੇ ਫਿਰ ਮੈਨੂੰ ਇਹ ਲੱਗਦਾ ਸੀ ਇਹ ਲੜਾਈ ਇਕੱਲੀ ਮੇਰੀ ਨਹੀਂ, ਇਹ ਸਵਾਲ ਇਕੱਲੇ ਮੇਰੇ ਨਹੀਂ, ਬਹੁਤ ਸਾਰੀਆਂ ਹੋਰ ਬੱਚੇ ਵੀ ਨੇ, ਵਿਧਵਾਵਾਂ ਵੀ ਨੇ, ਮਾਵਾਂ ਵੀ ਨੇ ਜਿਨ੍ਹਾਂ ਦੇ ਹੈਗੇ ਆ। ਜਦੋਂ ਅਸੀਂ ਘਰ ਤੋਂ ਨਿਕਲਦੇ ਹਾਂ ਤੇ ਉਹਨਾਂ ਪਿੰਡਾਂ ਦੇ ਵਿੱਚ ਉਸ ਚੀਜ਼ ਨੂੰ ਲੱਭਦੇ ਤੇ ਇਹ ਬਹੁਤ ਵੱਡੀ ਤਰਾਸਦੀ ਹੈ ਤੇ ਪੰਜਾਬ ਦੇ ਬਹੁਤ ਵੱਡਾ ਕਲੰਕ ਹੈ। ਜੇ ਪੰਜਾਬ ਦੇ ਵਿੱਚ मतलब किन्ने के परिवार इन्ने थमें एक जथेबंदी बनाई हुई है, उसमें किस तरह काम कर रहे हैं, उसके बारे में कुछ? ਉਹ ਜਥੇਬੰਦੀ ਬਣਾਉਣ ਦਾ ਕਾਰਨ ਦਾ ਸਭ ਤੋਂ ਪਹਿਲਾਂ ਇਹੀ ਸੀਗਾ ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਜਿਵੇਂ ਆਪਾਂ ਗੱਲ ਕੀਤੀ, ਇੱਕੋ ਸਵਾਲ ਸੀ ਵਾਰ-ਵਾਰ ਵੀ ਇਨਸਾਨ ਐਵੇਂ ਕਰ ਸਕਦਾ, ਆਪਣੇ ਆਪ ਨੂੰ ਮਾਰ ਸਕਦਾ। ਇਹ ਤਾਂ ਬਹੁਤ ਔਖਾ ਕੰਮ ਹੈ। ਜਦੋਂ ਸਾਡੇ ਥੋੜ੍ਹੀ ਜਿਹੀ ਸੂਈ ਵੀ ਚੁੱਭਦੀ ਹੈ, ਬੜਾ ਦਰਦ ਹੁੰਦਾ ਵੀ ਬੰਦਾ ਆਪਣੇ ਆਪ ਨੂੰ ਕਿਵੇਂ ਉਹ ਕਰ ਲਏਗਾ। ਉੱਥੋਂ ਤੁਸੀਂ ਸ਼ੁਰੂ ਕਰਦੇ ਹੋ, ਫਿਰ 2 ਪਰਿਵਾਰਾਂ ਨੂੰ ਮਿਲੇ, 3 ਨੂੰ ਮਿਲੇ, ਫਿਰ ਪੂਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਮਿਲੇ ਤੇ ਘੱਟੋ ਘੱਟ ਮੈਨੂੰ 600 ਜਿਹੜਾ ਪਰਿਵਾਰ ਸੀਗਾ, ਹੈ ਨਾ। ਹੋਰ ਰਹਿ ਵੀ ਗਏ ਹੋਣੇ, ਪਰ ਮੈਂ ਜਦੋਂ ਪਿੰਡ ਘਰ ਉਹਨਾਂ ਨੂੰ ਜਾ ਕੇ ਮਿਲੀ ਵੀ ਮੈਂ ਵੀ ਇੱਦਾਂ ਦੇ ਪਰਿਵਾਰ 'ਚੋਂ ਹੀ ਹਾਂ। ਤੇ ਆਪਾਂ ਜਦੋਂ ਉਹਨਾਂ ਨੂੰ ਜਾ ਕੇ ਮਿਲਦੇ ਹਾਂ ਤੇ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਗਾ ਵੀ, ਕਿਉਂਕਿ ਮੈਂ ਖੁਦ ਦੇਖਿਆ ਆਪਣੇ ਘਰ ਤੋਂ, ਚਾਚੇ ਮਾਮੇ ਉਸ ਟਾਈਮ ਤੁਹਾਡਾ ਕੋਈ ਨਹੀਂ ਹੁੰਦਾ, ਸਾਰਿਆਂ ਨੂੰ ਇਹ ਲੱਗਦੀ ਵੀ ਲੋੜ ਹੈ ਇਹਨਾਂ ਨੂੰ, ਕੋਈ ਨਹੀਂ ਆ ਕੇ ਖੜਦਾ ਹੈਗਾ, ਹੈ ਨਾ। ਤੇ ਫਿਰ ਉਹਨਾਂ ਨੂੰ ਇਹ ਲੱਗਦਾ ਸ਼ਾਇਦ ਇਹ ਮੇਰੇ ਵਰਗੇ ਹੀ ਹੈ ਤੇ ਮੇਰੀ ਗੱਲ ਸੁਣਨ ਲਈ ਆਏ। ਤੇ ਉਹ ਪਰਿਵਾਰਾਂ 'ਚ ਜਾਓ ਤੇ ਉਹ 2-2 ਘੰਟੇ ਤੋਂ ਉਹਨੂੰ ਹੱਥ ਫੜ ਕੇ ਬਿਠਾਉਂਦੇ ਵੀ ਬੈਠ ਮੇਰੀ ਸੁਣ। ਉਹਨਾਂ ਪਰਿਵਾਰਾਂ ਕੋਲ ਸਾਲਾਂ ਬਾਅਦ ਕੋਈ ਸੁਣਨ ਲਈ ਨਹੀਂ ਜਾਂਦਾ। ਫਿਰ ਸਭ ਤੋਂ ਪਹਿਲਾਂ ਸਾਨੂੰ ਇਹ ਲੱਗਿਆ ਸੀਗਾ ਉੱਥੇ ਵੀ ਹੋਰ ਕੁਛ ਨਹੀਂ ਮੰਗ ਰੱਖਣੀ ਵੀ ਸਾਨੂੰ ਪੈਸਾ ਦਿਓ ਸਰਕਾਰ ਤੋਂ, ਵੀ ਪਹਿਲਾਂ ਤਾਂ ਸਾਨੂੰ ਇਹੀ ਕਰਨਾ ਚਾਹੀਦਾ ਕਿ ਜਿਹੜੇ ਉਹ ਪਰਿਵਾਰ ਇੰਨੇ ਸਾਲਾਂ ਤੋਂ ਸਿਰਫ ਬੰਦ ਚੁੱਪ ਬੈਠੇ ਨੇ, ਕਿ ਸਾਨੂੰ ਉਹਨਾਂ ਦੇ ਲਈ ਇੱਕ ਇੱਦਾਂ ਦਾ ਪਲੇਟਫਾਰਮ ਬਣਾਉਣਾ ਚਾਹੀਦਾ ਤਾਂ ਕਿ ਅਸੀਂ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਖੁੱਲ੍ਹ ਕੇ ਆਪਣੀ ਗੱਲ ਕਰ ਸਕਣ, ਜਿਹੜਾ ਉਹਨਾਂ ਨਾਲ ਬੀਤ ਰਿਹਾ ਹੈ ਨਾ। ਇੱਕ ਵਾਰ ਉਹ ਆਪਣਾ ਮਨ ਤਾਂ ਹਲਕਾ ਕਰਨ ਨਾ, ਕਮ ਸੇ ਕਮ। ਸਭ ਤੋਂ ਜਿਹੜੀ ਵੱਡੀ ਤਰਾਸਦੀ ਹੈ ਇਸ ਟਾਈਮ ਦੇ, ਸਾਡੇ ਘਰ ਬਹੁਤ ਵੱਡੇ ਨੇ, ਸਾਡੀਆਂ ਕੋਠੀਆਂ ਬਹੁਤ ਵੱਡੀਆਂ ਹੋਣਗੀਆਂ, ਅਸੀਂ ਦੇਖਦੇ ਹਾਂ ਸਾਰੀਆਂ ਚੀਜ਼ਾਂ, ਹੈ ਨਾ, ਪਰ ਉੱਥੇ ਕੋਈ ਬੰਦੇ ਦੀ ਗੱਲ ਸੁਣਨ ਲਈ ਤਿਆਰ ਨਹੀਂ, ਕਿਸੇ ਕੋਲ ਇੰਨਾ ਕੁ ਵੀ ਟਾਈਮ ਨਹੀਂ। ਟਾਈਮ ਹੋਊਗਾ ਪਰ ਸਾਰੇ ਆਪਣੇ ਫੋਨਾਂ 'ਚ ਕਿਵੇਂ ਵੀ ਬਿਜੀ ਨੇ, ਹੈ ਨਾ। ਮਤਲਬ ਇਹ ਸਭ ਤੋਂ ਵੱਡੀ ਤਰਾਸਦੀ ਸੀ। ਤੇ ਸਾਰਾ ਅਸੀਂ 2017 ਦੇ ਵਿੱਚ ਸਤੰਬਰ ਹੀ ਸੀ, 8 ਸਤੰਬਰ ਸੀਗਾ 2017 ਦੇ ਵਿੱਚ ਅਸੀਂ ਇੱਕ ਪਹਿਲਾ ਇਕੱਠ ਮਾਨਸਾ ਦੇ ਵਿੱਚ ਰੱਖਿਆ ਜ਼ਿਲ੍ਹੇ 'ਚ, ਕਿ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਖੁਦਕੁਸ਼ੀ ਪੀੜਤ ਪਰਿਵਾਰ ਨੇਗੇ, ਜਿਨ੍ਹਾਂ ਪਰਿਵਾਰਾਂ 'ਚ ਖੁਦਕੁਸ਼ੀਆਂ ਹੋਈਆਂ ਨੇ, ਉਹ ਉੱਥੇ ਆਉਣ। ਤੇ ਉੱਥੇ ਆ ਕੇ ਗੱਲ ਇੰਨੀ ਹੈ ਵੀ ਸਾਰਿਆਂ ਨੇ ਇੱਕ ਦੂਜੇ ਨਾਲ ਗੱਲਬਾਤ ਕਰਨੀ, ਮੇਰੇ ਨਾਲ ਕੀ ਸਮੱਸਿਆ, ਮੈਨੂੰ ਕੀ ਸਮੱਸਿਆ ਆ ਰਹੀ ਹੈ ਤੇ ਉਹਨੂੰ ਕੀ ਆ ਰਹੀ ਹੈ, ਅਸੀਂ ਇੱਕ ਦੂਜੇ ਨਾਲ ਸਾਂਝਾ ਕਰਨਾ ਹੈ ਤਾਂ ਕਿ ਅਸੀਂ ਰਲ ਕੇ ਇੱਕ ਦੂਜੇ ਨਾਲ ਜਿਹੜਾ ਸਾਡਾ ਭਾਈਚਾਰਾ ਉਹਨੂੰ ਅੱਗੇ ਉਹ ਕਰ ਸਕੀਏ। ਤੇ ਉਹਦੇ ਵਿੱਚ ਕਾਮਯਾਬ ਵੀ ਹੋਏ। ਤੇ ਉੱਥੇ ਜੇ ਮੈਂ 400 ਪਰਿਵਾਰ ਨੂੰ ਘਰ ਜਾ ਕੇ ਮੈਸੇਜ ਲਾਇਆ ਸੀਗਾ ਤੇ ਉੱਥੇ 650 ਪਹੁੰਚਿਆ। ਤੇ ਉਦੋਂ ਸਭ ਤੋਂ ਵੱਡਾ ਦਿਮਾਗ 'ਚ ਸਵਾਲ ਇਹ ਆਇਆ ਸੀਗਾ ਵੀ ਜਿੱਡਾ ਅਸੀਂ ਸੋਚ ਰਹੇ ਸੀਗੇ ਤਰਾਸ ਦੀ ਓਡੀ ਨਹੀਂ, ਇਦੋਂ ਵੀ ਬਹੁਤ ਵੱਡੀ ਹੈ, ਸਾਨੂੰ ਲੋੜ ਇਦੋਂ ਜ਼ਿਆਦਾ ਹੈ ਨਾ ਕੰਮ ਕਰਨ ਦੀ। ਫਿਰ ਹੌਲੀ ਹੌਲੀ ਫਿਰ ਉਸੇ ਤਰੀਕੇ ਨਾਲ ਦੂਸਰੇ ਸੰਗਰੂਰ ਜ਼ਿਲ੍ਹੇ 'ਚ ਕੀਤਾ, ਬਠਿੰਡੇ 'ਚ ਕੀਤਾ, ਅਲੱਗ-ਅਲੱਗ ਜ਼ਿਲ੍ਹਿਆਂ 'ਚ ਕੀਤਾ, ਹੈ ਨਾ। ਹੁਣ ਪੂਰੇ ਪੰਜਾਬ ਲੈਵਲ 'ਤੇ ਕਰ ਰਹੇ ਹਾਂ। ਫਿਰ ਉਹਦੇ ਵਿੱਚੋਂ ਜਥੇਬੰਦੀ ਦੇ ਵਿੱਚੋਂ ਇੱਕ ਅੱਗੇ ਚੀਜ਼ ਸਮਝ ਲੱਗੀ ਕਿ ਜ਼ਿਲ੍ਹਾ ਵਾਈਜ਼ ਕਮੇਟੀਆਂ ਬਣਾਤੀਆਂ। ਜ਼ਿਲ੍ਹਾ ਵਾਈਜ਼ ਕਮੇਟੀਆਂ ਜਦੋਂ ਬਣਾਈਆਂ ਤੇ ਉਸੇ ਦੇ ਵਿੱਚੋਂ ਹੀ
ਅਸੀਂ ਜਿਹੜੀਆਂ ਅੱਗੇ ਡਿਮਾਂਡ ਚਾਰਟ ਬਣਾਇਆ ਕਿ ਜਿਹੜੀ ਉਹ ਮਤਲਬ ਇੱਕ ਜਿਹੜਾ ਮੁਆਵਜ਼ਾ ਮਿਲਣਾ ਕੰਪਨਸੇਸ਼ਨ ਦਾ ਵੀ ਸਵਾਲ ਹੈ, ਉਹਦੀ ਵੀ ਮੰਗ ਉਠਾਈ। ਜਿਹੜੀ ਵਿਧਵਾ ਪੈਨਸ਼ਨ ਉਹਦੀ ਵੀ ਹੈ, ਜਿਹੜੀ ਬੱਚਿਆਂ ਦੀ ਆਸ਼ਰਿਤ ਪੈਨਸ਼ਨ ਉਹਨਾਂ ਦਾ ਵੀ ਹੈ, ਉਹ ਸਾਰੀਆਂ ਮੰਗਾਂ ਉਹਦੇ ਵਿੱਚ ਆ ਗਈਆਂ। ਅਤੇ ਸਭ ਤੋਂ ਵੱਡਾ ਸਵਾਲ ਸੀ ਜਿਹੜਾ ਕਰਜ਼ਾ ਮਾਫੀ ਦਾ, ਅਤੇ ਜਿਹੜੀਆਂ ਮਗਰ ਵਿਧਵਾਵਾਂ ਵੀ ਰਹਿ ਜਾਂਦੀਆਂ ਸੀ, ਬੈਂਕ ਵਾਲਿਆਂ ਦਾ ਕੀ ਪ੍ਰੈਸ਼ਰ ਆ ਉਹਨਾਂ 'ਤੇ, ਆੜ੍ਹਤੀਆਂ ਦਾ। ਮਤਲਬ ਇੱਕ ਔਰਤ ਦਾ ਸਮਾਜ ਦੇ ਵਿੱਚ ਇਕੱਲੇ ਰਹਿਣਾ, ਉਹ ਵੀ ਜਿਹੜੀ ਵਿਕਟਮ ਪਰਿਵਾਰ ਦੇ ਵਿੱਚੋਂ, ਪੀੜਤ ਪਰਿਵਾਰ ਦੇ ਵਿੱਚੋਂ ਹੈ ਨਾ, ਅਤੇ ਉਹਨੇ ਦੇਣਾ ਵੀ ਕਿਸੇ ਨੇ 20 ਲੱਖ ਹੈ, ਕਿਸੇ ਨੇ 15 ਲੱਖ ਹੈ, ਅਤੇ ਉਹਦੇ ਵਿੱਚ ਘਰ ਹਰ ਰੋਜ਼ ਬੰਦੇ ਗੇੜੇ ਮਾਰ ਰਹੇ ਨੇ ਜਿਹਨੇ ਪੈਸੇ ਲੈਣੇ ਆ ਹੈ ਨਾ। ਅਤੇ ਉਹ ਕਿਵੇਂ ਉਹ ਚੀਜ਼ਾਂ ਨੂੰ ਫੇਸ ਕਰਦੀ ਹੈ, ਅਤੇ ਇੱਕ ਉਹ ਔਰਤ ਹੈ ਅਤੇ ਉਹ ਘਰ ਵੀ ਦੇਖ ਰਹੀ ਹੈ, ਬੱਚਿਆਂ ਨੂੰ ਵੀ ਦੇਖ ਰਹੀ ਹੈ, ਅਤੇ ਉਹ ਕਰਜ਼ਾ ਵੀ ਦੇਖ ਰਹੀ ਹੈ। ਉਹਦੇ 'ਤੇ ਜ਼ਿੰਮੇਵਾਰੀ ਹੈ ਜਿਹੜੀ ਉਹ ਦੁੱਗਣੀ ਹੋ ਗਈ ਹੈ ਨਾ। ਅਤੇ ਉਹ ਸਾਰੀਆਂ ਔਰਤਾਂ ਨੂੰ ਮਤਲਬ ਇੱਕ ਉਸ ਪਲੇਟਫਾਰਮ ਨੇ ਨਾ ਹੌਸਲਾ ਦਿੱਤਾ, ਕੌਨਫੀਡੈਂਸ ਉਹਨਾਂ 'ਚ ਪੈਦਾ ਹੋਇਆ ਕਿ ਲੜਾਈ ਤਾਂ ਸਾਨੂੰ ਲੜਨੀ ਪੈਣੀ ਹੈ, ਅਤੇ ਇਹਨੂੰ ਅਸੀਂ ਰੋਕ ਕੇ ਨਹੀਂ, ਮਤਲਬ ਪੂਰੇ ਨਿਡਰਤਾ ਨਾਲ, ਹੌਸਲੇ ਨਾਲ ਲੜਨਾ ਹੈ ਨਾ। ਅਤੇ ਉੱਥੋਂ ਹੀ ਸ਼ੁਰੂ ਹੋਇਆ। 2-3 ਸਾਲ ਸਾਡਾ ਇਹੀ ਪ੍ਰੋਸੈਸ ਚੱਲਦਾ ਰਿਹਾ ਕਿ ਅਸੀਂ ਜਿਹੜੇ ਲੋਕਲ MLA ਸੀ ਜਾਂ MP ਸੀ ਜਾਂ ਪ੍ਰਸ਼ਾਸਨ ਸੀ, ਅਸੀਂ ਉਹਨਾਂ ਨੂੰ ਬੁਲਾਉਂਦੇ ਸੀ ਵੀ ਪਹਿਲਾਂ ਸਾਡੀ ਸੁਣੋ, ਅਤੇ ਫਿਰ ਤੁਸੀਂ ਆਪਣੀ ਕਹਿਣੀ ਵੀ ਤੁਸੀਂ ਇਹਨਾਂ ਲਈ ਕੀ ਕਰ ਸਕਦੇ ਹੋ ਹੈ ਨਾ। ਅਤੇ ਐਵੇਂ ਚੱਲਦਾ ਰਿਹਾ। ਫਿਰ 2019 ਦੀ ਇਲੈਕਸ਼ਨ ਆ ਗਈ। 2019 ਦੀ ਇਲੈਕਸ਼ਨ ਵੇਲੇ ਸਭ ਤੋਂ ਵੱਡਾ ਸਵਾਲ ਸੀ ਜਾਂ ਤਾਂ ਇਸ ਨੂੰ ਜਿਹੜਾ ਫਰੰਟ ਪਲੇਟਫਾਰਮ ਅਸੀਂ ਬਣਾਇਆ ਫਰੰਟ, ਇਹਨੂੰ ਐਸੇ ਤਰੀਕੇ ਨਾਲ ਕੰਮ ਕਰਦੇ ਜਾਈਏ ਜਾਂ ਇਹਨੂੰ ਬੰਦ ਕਰ ਦਈਏ ਜੋ ਕੋਈ ਸੁਣ ਨਹੀਂ ਰਿਹਾ, ਅਤੇ ਜਾਂ ਇਹ ਸੀਗਾ ਵੀ ਜੇ ਕੋਈ ਹੋਰ ਨਹੀਂ ਸੁਣ ਰਿਹਾ, ਕਿਸੇ ਪੋਲੀਟੀਕਲ ਪਾਰਟੀ ਦਾ ਇਹ ਏਜੰਡਾ ਵੀ ਹੈ ਨਹੀਂ, ਅਤੇ ਸਾਨੂੰ ਇਲੈਕਸ਼ਨ ਲੜ ਲੈਣੀ ਚਾਹੀਦੀ ਹੈ। ਤਾਂ ਸਾਰੀਆਂ ਜਿਹੜੀਆਂ ਉੱਥੇ ਵਿਧਵਾਵਾਂ ਜਾਂ ਹੋਰ ਬੱਚੇ ਜਾਂ ਜਿਹੜੇ ਪੜ੍ਹਦੇ ਸੀਗੇ, ਉਹਨਾਂ ਦਾ ਸੀਗਾ ਕਿ ਸਾਨੂੰ ਹੁਣ ਅਸੀਂ ਕਰ ਲਿਆ, ਸਾਨੂੰ ਇਲੈਕਸ਼ਨ ਹੀ ਲੜ ਲੈਣੀ ਚਾਹੀਦੀ ਹੈ। ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਸੀਗੀ, ਅਤੇ ਸ਼ਾਇਦ ਹੁਣ ਮੇਰੇ ਵਰਗੇ ਨੇ ਤਾਂ ਮੈਂਬਰੀ ਦੀ ਵੀ ਨਹੀਂ ਲੜੀ, ਸਰਪੰਚੀ ਤਾਂ ਬੜੀ ਦੂਰ ਦੀ ਗੱਲ ਸੀ, ਅਤੇ ਉਹ ਤਾਂ ਫਿਰ ਵੀ MP ਦੀ ਹੈ ਨਾ। ਅਤੇ ਜਦੋਂ ਉਹਦੇ ਵਿੱਚੋਂ ਉਹ ਅਨਪੜ੍ਹ ਵਿਧਵਾਵਾਂ ਖੜੀਆਂ ਹੋ ਕੇ ਕਹਿੰਦੀਆਂ ਨੇਗੀਆਂ ਵੀ ਹਾਂ ਚੋਣ ਲੜਾਂਗੇ, ਉਹਨਾਂ ਨੂੰ ਕਿਹਾ ਇਹ ਵੀ ਆਪਾਂ ਕਦੇ ਮੈਂਬਰੀ ਦੀ ਨਹੀਂ ਲੜੀ, ਸਾਨੂੰ ਸਰਪੰਚੀ ਦੀ ਚੋਣ ਦਾ ਨਹੀਂ ਪਤਾ, ਇਹ ਤਾਂ ਮੈਂਬਰ ਪਾਰਲੀਮੈਂਟ ਦੀ ਹੈ, ਬਹੁਤ ਵੱਡੀ ਗੱਲ ਹੈ ਨਾ। ਉਹ ਕਹਿੰਦੀ ਕੋਈ ਗੱਲ ਨਹੀਂ, ਜਿੱਥੇ ਇੰਨਾ ਕੁਛ ਕਰ ਲਿਆ ਇਹ ਵੀ ਲੜ ਲਾਂਗੇ, ਜਦੋਂ ਅਸੀਂ ਇੱਦੋਂ ਵੱਡੀ ਲੜਾਈ ਲੜ ਰਹੇ ਹਾਂ ਨਾ, ਇਹ ਤਾਂ ਬਹੁਤ ਛੋਟੀ ਗੱਲ ਹੈ। ਕਹਿੰਦੀ ਕੀ ਹੋ ਗਿਆ ਜੇ ਸਾਡੇ ਕੋਲ ਪੈਸੇ ਨਹੀਂ ਹੈਗੇ। ਸ਼ਾਇਦ ਮੈਨੂੰ ਯਾਦ ਆਉਂਦਾ ਖਬਰ ਪੜ੍ਹੀ ਸੀ, ਖੜੀ ਸੀ ਨਹੀਂ ਵੋਟਾਂ 'ਚ। ਹਾਂ 2 ਵਿਧਵਾਵਾਂ ਖੜੀਆਂ, ਅਤੇ ਉਹਦੇ ਵਿੱਚ ਸੀਗਾ ਵੀ ਫੈਸਲਾ ਤਾਂ ਹੋ ਗਿਆ ਲਾਸਟ ਤੱਕ, ਜਿਹੜਾ ਉਹਦੀ ਤੁਸੀਂ ਫੀਸ ਭਰਨੀ ਹੈ 25,000 ਇੱਕ ਦੀ, ਸਾਡੇ ਕੋਲ ਉਹ ਪੈਸੇ ਤੱਕ ਨਹੀਂ, ਪੈਸੇ ਸਾਡੇ ਕੋਲ 5 ਰੁਪਏ ਨਹੀਂ। ਫੈਸਲਾ ਤਾਂ ਕਰ ਲਿਆ, ਫਿਰ ਅਸੀਂ ਉਹ 5 ਇਕੱਠੇ ਕਰਕੇ ਉਹਨਾਂ ਹੀ ਪਰਿਵਾਰਾਂ 'ਚ ਕਿਸੇ ਨੇ 5 ਕਿਸੇ ਨੇ 10 ਐਵੇਂ 50,000 ਇਕੱਠਾ ਕੀਤਾ, 2 ਦਾ ਫੀਸ ਭਰਤੀ, ਉਹ ਜ਼ਮਾਨਤ ਜਿਹੜੀ। ਫਿਰ ਇਹ ਤੋਂ ਬਾਅਦ ਜਦੋਂ ਇੱਕ ਦਾ ਇਹ ਸੀਗਾ ਵੀ ਵਿਡਰਾ ਕਰਾਂਗੇ ਅਤੇ ਉਸੇ 25,000 ਨਾਲ ਕੰਪੇਨ ਚਲਾਵਾਂਗੇ, ਪਰ ਸਰਕਾਰ ਨੇ ਕੀ ਕੀਤਾ, ਪ੍ਰਸ਼ਾਸਨ ਨੇ ਸਾਨੂੰ ਵਿਡਰੋ ਹੀ ਨਹੀਂ ਕਰਨ ਦਿੱਤਾ। ਉਹ ਕਹਿੰਦੇ ਵੀ ਚਲੋ ਸਾਡਾ ਤਾਂ ਇਹ ਮਕਸਦ ਹੀ ਨਹੀਂ ਵੀ ਅਸੀਂ ਤਾਂ ਪਤਾ ਹੀ ਹੈ ਵੀ ਅਸੀਂ ਜਿੱਤਣਾ ਤਾਂ ਅਸੀਂ ਹੈ ਹੀ ਨਹੀਂ, ਸਾਡਾ ਮਕਸਦ ਇੰਨਾ ਹੈ ਕਿ ਅਸੀਂ ਜਿਹੜਾ ਇਸ਼ੂ ਕਿਸੇ ਵੀ ਇਹ ਏਜੰਡਾ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਉੱਤੇ ਹੈ ਨਹੀਂ, ਵੀ ਇਸ ਇਸ਼ੂ ਨੂੰ ਹਾਈਲਾਈਟ ਕਰਨਾ ਹੈ, ਉਭਾਰਨਾ ਹੈ ਕਿ ਸਾਡੀ ਲੜਾਈ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀਆਂ ਇਲੈਕਸ਼ਨ ਲੜ ਰਹੀਆਂ ਨੇ ਉਹ ਨਹੀਂ ਲੜ ਰਹੀਆਂ, ਵੀ ਉਹ ਅਸੀਂ ਆਪਣਾ ਆਪ ਉਹਦੀ ਲੜਾਈ ਲੜਦੇ। ਉਹ ਸਾਰੀਆਂ ਚੀਜ਼ਾਂ ਕਰਦੇ ਕਰਾਉਂਦੇ। ਫਿਰ ਜਦੋਂ ਇਲੈਕਸ਼ਨ ਲੜੀ, ਮਤਲਬ ਉਹ ਇਸ਼ੂ ਇੱਕ ਇੰਟਰਨੈਸ਼ਨਲ ਲੈਵਲ ਤੱਕ ਉੱਭਰਿਆ, ਬਾਹਰ ਤੋਂ ਵੀ ਮਤਲਬ ਪਹੁੰਚ ਕਰੀ ਮੀਡੀਆ ਨੇ। ਹਾਂਜੀ ਬਹੁਤ ਜ਼ਿਆਦਾ। ਹੁਣ ਤੱਕ ਮਤਲਬ ਡਿਸਕਵਰੀ ਤੱਕ ਦੇ ਅਤੇ ਵਾਇਰ, ਅਲਜੀਰਾ, ਸਾਰੇ ਉਹ ਚੈਨਲ ਹਨ ਤੱਕ ਪਹੁੰਚੇ। ਮੈਨੂੰ ਯਾਦ ਆਵਾ ਸ਼ਾਇਦ ਮੈਂ ਨਾ ਡਿਸਕਵਰੀ 'ਤੇ ਇੱਕ ਪ੍ਰੋਗਰਾਮ ਹੈ ਉਹ ਪਿਆ ਵੀ ਹੈ ਉਹਨਾਂ ਦੀ ਜਿਹੜੀ ਉਹ ਹੈ ਕਿਆ ਹੁੰਦੀ ਹੈ ਐਪ ਊਪ, ਉੱਥੇ ਪਾਣੀ ਬਾਰੇ ਸਾਰਾ ਮੇਰਾ ਖਿਆਲ ਹੈ ਬਿਆਨ ਹੈ ਇੱਕ ਨਹੀਂ, ਪਾਣੀ ਵੀ ਕਿਸ ਤਰ੍ਹਾਂ ਹੋ ਰਿਹਾ ਸਾਰਾ ਕੁਛ। ਅਤੇ ਉਹ ਮਤਲਬ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਦੋਂ ਅਸੀਂ ਇਹ ਜਿਹੜਾ ਅਸਲ ਦੇ ਵਿੱਚ ਵੱਡੀ ਤਰਾਸਦੀ ਹੈ ਇਸ ਟਾਈਮ ਦੇ ਵਿੱਚ, ਉਹ ਹੈਗੀ ਹੈ ਕਿ ਉਹਨਾਂ ਪਰਿਵਾਰਾਂ ਤੱਕ ਕੋਈ ਪਹੁੰਚ ਹੀ ਨਹੀਂ ਕਰ ਰਿਹਾ, ਉਹਨਾਂ ਦੀ ਕੋਈ ਗੱਲ ਸੁਣਨ ਲਈ ਬਣਿਆ ਹੀ ਨਹੀਂ ਕੁਛ। ਬਣ ਰਿਹਾ, ਪਰ ਸਰਕਾਰ ਹਰ ਵਾਰ ਬਜਟ ਰੱਖਦੀ ਹੈ ਜੀ, ਇੰਨਾ ਰੱਖਿਆ ਗਿਆ, ਉਹਦੇ ਵਿੱਚੋਂ ਇੰਨਾ ਪੈਸਾ, ਪਰ ਕੀ ਹੈ ਪਾਲਿਸੀ ਬਣਾਤੀ ਜੀ, ਪਾਲਿਸੀ ਬਣਾਤੀ ਤੁਸੀਂ 2015 'ਚ। ਇੱਥੇ ਤੁਸੀਂ DC ਕੋਲ ਚੱਲ ਜਾਓ, ਅਸੀਂ ਕਿੰਨੇ ਵਾਰ ਗਏ ਹਾਂ, DC ਨੂੰ ਜਾ ਕੇ ਕਹੋ ਵੀ ਆਹ ਫਾਈਲ ਹੈ ਜੀ 2016 ਦੀ, ਉਹ ਕਹੇਗਾ 2015 ਦੀ, ਉਹ ਕਹੇਗਾ ਭਾਈ ਪਾਲਿਸੀ 2016 'ਚ ਹੋਣੀ। ਮਤਲਬ ਉਹ ਸਿਸਟਮ ਤੁਸੀਂ ਬੰਦੇ ਕਿਹੋ ਜਿਹੇ ਬਿਠਾਏ ਜਿਹੜਿਆਂ ਨੂੰ ਪਾਲਿਸੀ ਦਾ ਨਹੀਂ ਪਤਾ ਹੈਗਾ। ਉਹ ਅਨਪੜ੍ਹ ਬੀਬੀਆਂ ਕਹਿੰਦੀਆਂ ਨੇ ਵੀ ਮੇਰੇ ਕਹਿਣ 'ਤੇ ਪੜ੍ਹ ਲੈ ਇੱਕ ਵਾਰ, ਪੜ੍ਹਨੀ ਤਾਂ 2015 'ਚ ਹੈ ਨਾ। ਫਿਰ ਉਹ ਤੁਸੀਂ ਕਹਿੰਦੇ ਹੋ ਕਿ ਤੁਸੀਂ ਵਿਚੋਲਗਿਰੀ ਕਰਦੇ, ਮਤਲਬ ਜਿਹੜਾ ਤੁਸੀਂ ਉੱਥੇ DC ਬਿਠਾ ਤਾ, DC ਕਹਿਣ ਨੂੰ ਤਾਂ ਉਹਨਾਂ ਲਈ ਬਹੁਤ ਵੱਡਾ ਬੰਦਾ ਹੈ ਨਾ, ਪਰ ਉਹ ਐਡੇ ਮੂਰਖ ਬੰਦੇ ਬਿਠਾ ਤੇ ਜਿਹੜਿਆਂ ਨੂੰ ਉਸ ਸਿਸਟਮ ਦਾ, ਉਸ ਪਾਲਿਸੀਜ਼ ਦਾ ਨਹੀਂ ਪਤਾ ਹੈਗਾ ਹੈ ਨਾ, ਵੀ ਉਹ ਬਣੀਆਂ ਕਦੋਂ ਨੇ, ਕੀ ਹੈ, ਅਤੇ ਉਹ ਲਾਗੂ ਕਿੱਥੋਂ ਕਰ ਦੇਣਗੇ। ਮਤਲਬ ਸਿਸਟਮ ਸਾਡਾ ਐਵੇਂ ਦਾ ਹੈਗਾ। ਅੱਛਾ, ਇੱਕ ਹੋਰ ਬਾਤ ਵੀ ਹੈ, ਲਹਿੰਦੇ ਪੰਜਾਬ ਦੇ ਵਿੱਚ पाकिस्तान के अपने तो ਵੱਧ है सारा कुछ, मतलब DP या खादा के भाव या स्प्रेयां कासे के भी, मतलब कि उन्होंने होर चीज़ें बहुत लागत बहुत ज़्यादा है। तो मेरे दोस्त हैं उधर, वो कह रहे यार उरे कोई खुदकुशी नहीं हुई,
मतलब उरे ਜਿਹੜੇ ਆਪਣੇ ਪੰਜਾਬ के जो खुदकुशियाँ इसके ਵਿੱਚ ਮੈਨੂੰ ਇੱਕ ਹੋਰ भी लगा भी जिस तरह ना जटवाद का एक ਇਹੋ ਜਿਹਾ ਇੱਕ ਚੀਜ਼ ਪ੍ਰਤੀਕ ਬਣਾ ਕੇ ਖੜਾ ਕਰਤੇ ਆ ਵੀ ਉਹ ਜਦ ਉਸ ਤੇ ਘੱਟ ਚੀਜ਼ ਪਰ ਜਾ ਕੇ ਉਹ ਕਹਿੰਦਾ ਵੀ ਮੈਂ ਉਰੇ ਖੜ ਨਹੀਂ ਸਕਦਾ। ਇਸ ਤਰ੍ਹਾਂ ਵੀ ਲਗਾ ਕੁਝ ਵੀ ਜਿਹੜਾ ਸਾਰਾ ਕੁਝ ਆਲੇ ਦੁਆਲੇ ਪ੍ਰਚਾਰਿਆ ਜਾ ਰਿਹਾ, ਗਾਣੇ ਆ ਰਹੇ ਆ, ਫਿਲਮਾਂ, ਉਹਦੇ ਮੈਂ ਹਰ ਵਾਰ ਇੱਕ ਉਹ ਦਿਖਾਇਆ ਜਾ ਰਿਹਾ। ਮੈਨੂੰ ਇਹ ਲੱਗਦਾ ਹੈਗਾ ਵੀ ਉਹ ਇੱਕ ਅਲੱਗ ਸੁਸਾਇਟੀ ਹੈ, ਅਲੱਗ ਸਮਾਜ ਹੈ ਜਿਹੜਾ ਇਹ ਚੀਜ਼ ਨੂੰ ਖੜਾ ਕਰ ਰਿਹਾ ਹੈ, ਜਿਹੜੇ ਜੱਟਵਾਦੀ ਗਾਣੇ ਖੜੇ ਕਰ ਰਿਹਾ ਹੈ ਜਾਂ ਧਰਮ ਦੇ ਨਾਂ 'ਤੇ ਉਹ ਕਰ ਰਿਹਾ, ਉਹ ਸਾਰੀਆਂ ਚੀਜ਼ਾਂ ਅਲੱਗ ਹੈ। ਪਰ ਜਦੋਂ ਅਸੀਂ ਸੱਚੀ ਦੇ ਵਿੱਚ ਅਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਾਂਦੇ ਹਾਂ ਨਾ, ਉੱਥੇ ਕੋਈ ਚੀਜ਼ ਨਹੀਂ। ਜਿਵੇਂ ਇੱਕ ਪਿੱਛੇ 5 ਮੈਂਬਰੀ ਕਮੇਟੀ ਬਣੀ ਸੀਗੀ ਸੁੱਖ ਸਰਕਾਰੀਆ ਦੀ, ਉਹਦੇ ਵਿੱਚ ਉਹ ਜਿਹੜੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ, ਉਸ ਰਿਪੋਰਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਵੀ ਖੁਦਕੁਸ਼ੀਆਂ ਹੋ ਰਹੀਆਂ ਨੇ ਉਹ ਕੋਠੀਆਂ ਬਣਾ ਰਹੇ ਨੇ, ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਜੀ ਉਹਨਾਂ ਦੇ ਚੰਗੀਆਂ ਗੱਡੀਆਂ ਨੇ। ਪਰ ਜਦੋਂ ਮੈਨੂੰ ਇਹ ਲੱਗਦਾ ਕਿ ਵੀ ਉਹ ਬੰਦੇ ਅਸਲ ਉਹਨਾਂ ਪਰਿਵਾਰਾਂ ਤੱਕ ਪਹੁੰਚ ਹੀ ਨਹੀਂ ਪਾਏ, ਹੈ ਨਾ। ਜੇ ਤੁਸੀਂ ਉਹਨਾਂ ਪਰਿਵਾਰਾਂ ਦੇ ਵਿੱਚ ਜਾਓਗੇ ਨਾ, ਇਸ ਟਾਈਮ ਉਹ ਪਰਿਵਾਰ ਵੀ ਨੇ ਵੀ ਜਿਹੜਿਆਂ ਦੇ ਵਿੱਚ 6-6 ਮਹੀਨੇ ਹੋ ਗਏ ਜਿਹਨਾਂ 'ਚ ਦਾਲ ਵੀ ਨਹੀਂ ਬਣੀ ਹੋਣੀ, ਹੈ ਨਾ। ਅਤੇ ਅਸਲ ਦੇ ਵਿੱਚ ਨਾ ਜਿਹੜੀਆਂ ਮੰਨ ਲਓ ਹੁਣ ਆਪਾਂ ਇੱਥੇ ਵੀ ਬੈਠੇ ਹਾਂ, ਹੁਣ ਲਾਲਾ ਕਹਿ ਰਿਹਾ ਕਿ ਵੀ ਲੋੜ ਤੋਂ ਪੈਰ ਦੇਖ ਕੇ ਪਸਾਰ ਲੈਂਦੇ। ਹੁਣ ਬੰਦੇ ਨੇ ਕਮ ਸੇ ਕਮ ਰਹਿਣ ਲਈ ਛੱਤ ਵੀ ਚਾਹੀਦੀ ਹੈ, ਜਿਹਨੂੰ ਖਾਣ ਲਈ ਵੀ ਚਾਹੀਦਾ, ਹੋਰ ਕੀ ਨਾ ਕਰਦਾ ਉਹ, ਹੈ ਨਾ। ਇੱਕ ਪੱਖ ਤਾਂ ਉਹ ਵੀ ਹੈ, ਅਤੇ ਦੂਜਾ ਪੱਖ ਦੇਖਿਆ ਜਾਵੇ ਕਿ ਜਦੋਂ ਅਸੀਂ ਜਿਹੜੀ ਸੁਸਾਇਟੀ ਦੇ ਵਿੱਚ ਰਹਿੰਦੇ ਹਾਂ, ਜਿਹੜੇ ਲੋਕ ਕਹਿੰਦੇ ਆ ਜੀ ਜੱਟ ਹੁਣ ਮੰਨ ਲਓ ਮੈਂ ਇੱਕ ਕਿਸਾਨ ਪਰਿਵਾਰ 'ਚੋਂ ਹਾਂ ਨਾ, ਅਤੇ ਹੁਣ ਸਾਡੀ ਸੁਸਾਇਟੀ ਉਹ ਆ ਵੀ ਮੈਂ ਮੇਰੇ ਕੋਲ ਜੇ ਜ਼ਮੀਨ ਹੈਗੀ ਆ ਜੇ ਉਹਦੇ ਵਿੱਚ ਮੈਨੂੰ ਨਹੀਂ ਕੋਈ ਪ੍ਰੋਫਿਟ ਹੈਗਾ, ਮੈਂ ਕਿਤੇ ਕੰਮ ਕਰਨ ਲੱਗ ਜਾਊਂ, ਅਤੇ ਲੋਕ ਉੱਥੇ ਤੁਹਾਨੂੰ ਇੰਨੇ ਤਾਨੇ ਮਿਹਣੇ ਮਾਰਦੇ ਆ ਵੀ ਦੇਖ ਵੀ ਜੱਟਾਂ ਦਾ ਮੁੰਡਾ ਹੈ ਜੀ, ਹੁਣ ਇਹ ਦਿਹਾੜੀ ਕਰਦਾ ਹੈ ਜੀ। ਮਤਲਬ ਲੋਕ ਤੁਹਾਨੂੰ ਟਿਕਣ ਨਹੀਂ ਦਿੰਦੇ ਹੈਗੇ, ਹੈ ਨਾ। ਅਤੇ ਹੁਣ ਅਸੀਂ ਕਿੰਨੇ ਪਰਿਵਾਰਾਂ ਨੂੰ ਮੈਂ ਮਿਲਦੀ ਹਾਂ ਵੀ ਜਿਹੜੀਆਂ ਔਰਤਾਂ ਨੇ ਵੀ ਜਿਹੜੀਆਂ ਨੇ ਜ਼ਮੀਨ ਵੇਚ ਕੇ ਕਰਜ਼ਾ ਲਾਇਆ, ਘਰ ਵਾਲਾ ਤਾਂ ਮਰ ਗਿਆ। ਮੈਂ ਤਾਂ ਕਹਿੰਦੀ ਹੈਗੀ ਔਰਤ ਬਹੁਤ ਹਿੰਮਤ ਵਾਲੀ ਆ, ਸਹਿਨਸ਼ੀਲਤਾ ਉਹਦੇ ਵਿੱਚ ਜ਼ਿਆਦਾ ਹੈ। ਜਿਹੜੀ ਉਹ ਘਰ ਦਾ ਜਿਹੜਾ ਉਹ ਮੁਖੀ ਸੀਗਾ, ਉਹ ਮਤਲਬ ਮੈਂ ਤਾਂ ਇਹ ਕਹੂੰਗੀ ਵੀ ਉਹ ਆਪਣੀ ਜ਼ਿੰਮੇਵਾਰੀ ਛੱਡ ਕੇ ਭੱਜਿਆ, ਹੈ ਨਾ। ਮਰਨਾ ਕੋਈ ਬਹਾਦਰੀ ਨਹੀਂ, ਠੀਕ ਹੈ, ਮਰ ਤਾਂ ਇੱਕ ਦਿਨ ਜਾਣੀ, ਉਹਦੇ ਨਾਲ ਤਾਂ ਬੈਟਰ ਹੈ ਇੱਕ ਲੜਾਈ, ਕਿਉਂਕਿ ਖੁਦਕੁਸ਼ੀ ਕੋਈ ਮਸਲੇ ਦਾ ਹੱਲ ਤਾਂ ਹੈ ਨਹੀਂ ਨਾ, ਉਹਦੇ ਨਾਲ ਤਾਂ ਇੱਕ ਲੜਾਈ ਲੜ ਲਓ ਤੁਸੀਂ। ਅਤੇ ਦੂਜੀ ਗੱਲ ਹੈ ਕਿ ਉਹਨੇ ਇੱਕ ਜ਼ਮੀਨ ਵੇਚਦੀ, ਕਰਜ਼ਾ ਉਤਾਰਤਾ। ਅੱਜ ਦੇ ਟਾਈਮ ਦੇ ਵਿੱਚ ਉਹੀ ਆਪਣੇ ਖੇਤਾਂ ਦੇ ਵਿੱਚ, ਪਿੰਡ ਦੇ ਵਿੱਚ ਹੀ ਜਾ ਕੇ ਖੇਤਾਂ ਦੇ ਵਿੱਚ ਦਿਹਾੜੀ ਕਰਦੀ, ਨਰਮਾ ਚੁਗਦੀ ਹੈ ਜੀ, ਝੋਨਾ ਲਾਉਂਦੀ ਹੈ, ਹੈ ਨਾ, ਉਹ ਸਾਰੀਆਂ ਚੀਜ਼ਾਂ ਨੇ। ਪਰ ਉਹ ਕਹਿੰਦੀ ਵੀ ਮੈਨੂੰ ਪਤਾ ਹੈ ਵੀ ਲੋਕ ਕਿੰਨੇ ਤਾਨੇ ਮਿਹਣੇ ਮਾਰਦੇ ਆ ਵੀ ਜੀ ਹੁਣ ਇਹ ਜੱਟਾਂ ਦੀ ਕੁੜੀ ਹੈ, ਉਹਨ ਫਲਾਨੇ ਦੀ ਨਹੀਂ। ਉਹੀ ਜਿਹੜੀ ਮੈਂ ਬਾਤ ਕਰ ਰਿਹਾ ਤਾਂ ਨਾ ਵੀ ਜੱਟਾਂ ਦੀ ਜਿਹੜੀ ਇੱਕ ਮਾਨਸਿਕਤਾ ਦੇ ਵਿੱਚ ਪਾ ਦਿਆ ਵੀ ਥਵੇਂ ਹੋਰਾਂ ਤੇ ਬਹੁਤ ਜ਼ਿਆਦਾ ਉੱਪਰ ਹੈ ਤੇ ਥਵੇਂ ਉਹ ਕੰਮ ਨਹੀਂ ਕਰਨਾ ਜਿਹੜਾ ਦੂਜਾ ਕਰ ਰਿਹਾ। ਨਹੀਂ, ਇਹ ਤਾਂ ਇਹ ਸਾਰਾ ਇੱਕ ਸਿਰਜਿਆ ਨਹੀਂ ਗਿਆ ਲੱਗਦਾ। ਸਿਰਜਿਆ ਜੀ, ਇਹ ਤਾਂ ਬਹੁਤ ਵੱਡੇ ਪੱਧਰ ਤੇ ਸਿਰਜਿਆ। ਉਹ ਤਾਂ ਜੇ ਹੁਣ ਅਸੀਂ ਥੋੜੀ ਜਿਹੀ ਦੇਖ ਲਈਏ, ਇੱਕ ਵੱਡੀਆਂ ਬਾਉਂਡਰੀ ਬਣਾਤੀ। ਹੁਣ ਸਾਡੇ ਪਿੰਡਾਂ ਦੇ ਵਿੱਚ ਇਹ ਚੀਜ਼ ਨਹੀਂ ਹੋਊਗੀ ਵੀ ਇੱਥੇ ਹੁਣ ਜਿਵੇਂ ਸਾਡੇ ਮੁਸਲਮਾਨਾਂ ਦੇ ਮਾਨਾਂ ਦੇ ਘਰ ਨੇਗੇ, ਇੱਥੇ ਹਿੰਦੂਆਂ ਦੇ ਵੀ ਨੇ, ਹੈ ਨਾ। ਪਰ ਵਾਰ-ਵਾਰ ਸਰਕਾਰ ਇੱਕੋ ਚੀਜ਼ ਕਹਿ ਰਹੀ ਹੈ ਵੀ ਆਹ ਹਿੰਦੂ ਇਸ ਪਾਰਟੀ ਨਾਲ ਦਾ ਜੀ, ਆਹ ਸਿੱਖ ਹੈ ਜੀ, ਇਹਦੇ ਨਾਲ ਆਹ ਹੈ, ਮਤਲਬ ਉਹ ਸਾਨੂੰ ਪਾੜ ਰਹੇ। ਨਹੀਂ, ਇਸੇ ਦੇ ਵਿੱਚ ਨਾ ਇੱਕ ਮੈਂ ਚੀਜ਼ ਹੋਰ ਦੇਖਾਂ, ਹੁਣ ਪਿੰਡਾਂ ਦੇ ਵਿੱਚ ਮਾਰਿਆ ਦਾ ਉਧਰ ਚੰਡੀਗੜ੍ਹ ਨੇ ਤਬਾਹ ਕਰਤਾ ਸਾਰਾ, ਖਤਮ ਹੋ ਗਿਆ ਸਾਰਾ ਕੁਝ ਉੱਥੇ। ਤਾਂ ਇਹ ਤਰਸਾਂ ਇਸ ਤਰ੍ਹਾਂ ਦੇ ਵਿਹੜੇ ਨੂੰ। ਮੈਂ ਤਾਂ ਜਿਸਕੇ ਘਰਾਂ ਚਲੇ ਜਾ, ਕਈ ਬੰਦੇ ਮੈਨੂੰ ਕਹਿ ਦੇਂਗੇ मैंने कोठी पाई है फलाना। मैं कह मैं क्या करना थारी कोठी का, मैं तो 2 घड़ी आया, चाह पानी पिला दे पिलाना, नहीं तो मैं कोठी देखण नहीं आया। पर हमें मतलब कि तरसा इन्हां चीज़ों भी उस चीज़ ते ये हालात पर पहुँच गए भी जन नहीं आ सकती पिंड में। मैनूं सारे इलाके का पता नहीं हैगा, हमारे इलाके में किसी भी जट बंदे की सीधी पंजाबी के विच कहा तो जन नहीं आ सकती। उस वास्ते एक चीज़ स्थापित करती गई है भी जिहड़े कि जन पिंड में आ गई, वो बंदा खत्म हो चुक्या। मतलब वो बंदा खुद ही सोचेगा भी मैं इन्ना मरिया हुआ है भी मेरी मतलब मरने वाला काम है। नहीं, ये सारी चीज़ों ਨੂੰ ਨਾ ਇੱਕ ਬਹੁਤ ਖਤਰਨਾਕ ਉਹ ਬਣਾ ਲਿਆ। ਨਹੀਂ, ਇੱਕ ਕਾਰਪੋਰੇਟ ਸਾਡੇ ਪਿੰਡਾਂ ਦੇ ਵਿੱਚ ਪੈਰ ਪਸਾਰ ਗਿਆ ਨਾ, ਉਹਨੇ ਇੱਕ ਮਤਲਬ ਇੱਕ ਕਾਰਪੋਰੇਟ ਸਿਸਟਮ ਹੈ, ਉਹਨੇ ਇੱਕ ਆਪਣਾ ਮਤਲਬ ਮੈਰਿਜ ਹਾਲ ਬਣਾਤਾ। ਉਹ ਕਹਿੰਦੇ ਵੀ ਜਿਹੜਾ ਤਾਂ ਠੀਕ ਲੈਵਲ ਦਾ, ਜਿਹਦੇ ਕੋਲ ਪੈਸਾ ਚੰਗਾ ਹੈ ਉਹ ਉੱਥੇ ਕਰੇਗਾ, ਜਿਹਦੇ ਕੋਲ ਨਹੀਂ ਉਹਨੇ ਸਾਡੇ ਦਿਮਾਗ 'ਚ ਫਿੱਟ ਕਰਤੀ ਨਾ ਉਹ ਚੀਜ਼। ਉਹ ਕਹਿੰਦਾ ਵੀ ਜਿਹੜਾ ਤੂੰ ਘਰ ਕਰ ਰਿਹਾ ਨਾ, ਉਹ ਬੰਦੇ ਕੋਲੇ ਉਹ ਗਰੀਬ ਹੈ ਅਤੇ ਉਹਦੇ ਕੋਲ ਉਹ ਕਪੈਸਿਟੀ ਨਹੀਂ ਹੈਗੀ, ਹੈ ਨਾ। ਅਤੇ ਉਹ ਸਾਰੀਆਂ ਚੀਜ਼ਾਂ ਨੂੰ ਉਹ ਕਾਰਪੋਰੇਟ ਨੇ ਸਾਡੇ ਦਿਮਾਗਾਂ ਦੇ ਵਿੱਚ ਸਾਰੀਆਂ ਚੀਜ਼ਾਂ, ਜਿਵੇਂ ਹੁਣ ਸਾਡੇ ਸਕੂਲ ਵੀ ਨੇ, ਹੁਣ ਜਿਹੜੇ ਪਿੰਡ ਦਾ ਸਕੂਲ ਹੈ ਉਹ ਸਰਕਾਰੀ ਹੈ, ਉਹ ਪਿੰਡ ਦਾ ਹੈ, ਪਿੰਡ ਦੇ ਬੱਚੇ ਉੱਥੇ ਜਾਣ। ਪਰ ਨਹੀਂ ਜੀ, ਸਾਡੇ ਪਿੰਡਾਂ ਦੇ ਵਿੱਚ ਤਾਂ ਹੁਣ ਅਕੈਡਮੀਆਂ ਅਲੱਗ ਖੁੱਲ੍ਹ ਗਈਆਂ ਜੀ, ਕੌਨਵੈਂਟ ਅਲੱਗ ਖੁੱਲ੍ਹ ਗਏ ਜੀ, ਫਲਾਨਾ। ਉੱਥੇ ਅਸੀਂ ਸਾਲ ਦਾ 25-25 40-40 ਹਜ਼ਾਰ ਰੁਪਇਆ ਦੇਈ ਜਾਂਦੇ ਹੈਗੇ, ਅਤੇ ਸਾਡੇ ਬੱਚੇ ਸਿੱਖਦੇ ਕੀ ਨੇ?
ਮੈਂ ਨਾ ਜੇ ਅਸੀਂ ਸਕੂਲਾਂ ਵਾਲੀ ਬਾਤ ਛਿੜਾ ਨਾ, ਮੈਨੂੰ ਬੜਾ ਕਿਆ ਕਹਿ ਸਕਾਂ ਮੈਂ, ਮਤਲਬ ਆਪਣੇ ਲੋਕ ਇੱਕ ਐਡੀ ਖਤਰਨਾਕ ਜਿਹੜੀ ਚੀਜ਼ ਹਮਾਰੇ ਖਿਲਾਫ ਹੈ ਉਸ ਨੂੰ ਮਾਣ ਕਰ ਰਹੇ ਹੈ। ਅੱਛਾ, ਇਸੇ ਵਿੱਚ ਤੇ ਇੱਕ ਜਿਵੇਂ ਤਾਂ ਮੈਂ ਯੂਨੀਵਰਸਿਟੀ ਪੜ੍ਹ ਰਹੇ ਹਾਂ, ਪੰਜਾਬੀ ਯੂਨੀਵਰਸਿਟੀ। ਆਪਾਂ ਵੈਸੇ ਤਾਂ ਇਹ ਮੁੱਦਾ ਉਸ ਰਲਦਾ ਨਹੀਂ, ਪਰ ਇਹ ਸਾਰਾ ਕੁਛ ਮੈਨੂੰ ਲੱਗਾ ਕਿਤੇ ਨਾ ਕਿਤੇ ਜਾ ਕੇ ਰਲਾ ਇੱਕ ਦੂਏ ਗੱਲ। ਖੁਦਕਸ਼ੀਆਂ 'ਤੇ ਲੇਖ ਹੈ, ਹਰਾ ਇਨਕਲਾਬ 'ਤੇ ਲੇਖ ਹੈ, ਅਤੇ ਅੱਜ ਜਿਹੜੀ ਮਾਡਰਨ ਪੜ੍ਹਾਈ ਹੈ ਅਤੇ ਸਾਰਾ ਕੁਛ। ਪਿੱਛੇ ਪੰਜਾਬੀ ਯੂਨੀਵਰਸਿਟੀ में बहुत बड़ी लहर चली थी। ਪੰਜਾਬੀ ਮੈਂ ਤੁਹਾਨੂੰ ਜਨਾਨੀਵਾਦ ਇਹ ਕਹਿ ਸਕਾਂ, ਅੰਗਰੇਜ਼ੀ में ਫੈਮਿਨਿਜ਼ਮ ਪਤਾ ਨਹੀਂ ਕਿਆ ਕਹਾ। ਤੁਹਾਨੂੰ ਕਿਸ ਤਰ੍ਹਾਂ ਲਗਾ ਵੀ ਜਿਹੜਾ ਇਹ ਪ੍ਰਚਾਰਿਆ ਗਿਆ ਸਾਰਾ ਕੁਛ ਵੀ ਕੁੜੀਆਂ ਦੀ ਆਜ਼ਾਦੀ, ਜਨਾਨੀ ਕਿਤੇ ਉੱਥੇ ਹੋਸਟਲਾਂ ਦੇ ਵਿੱਚ ਉਹ ਬੜਾ, ਇਹ ਸਾਰੀ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਾਂ ਤਾਂ ਮੈਂ ਇਹਦੇ ਪਿੱਛੇ ਵੀ ਲੱਗਦਾ ਨਹੀਂ ਵੀ ਕੋਈ ਜਿਹੜਾ ਪਦਾਰਥਵਾਦ ਚੀਜ਼ਾਂ ਵੀ ਉਸ ਦੌਰ ਦੇ ਵਿੱਚ ਮੇਰੀ ਨਿੱਜੀ ਲਾਈਫ, ਪ੍ਰਾਈਵੇਟ ਲਾਈਫ ਵਾਲਾ ਨਾਰਾ ਬੁਲੰਦ ਹੋ ਗਿਆ। ਦੇਖੋ ਜਿਹੜੀ ਫੈਮਿਨਿਜ਼ਮ ਦੀ ਅਸੀਂ ਗੱਲ ਕਰਦੇ ਆ ਨਾ, ਹੈ ਨਾ, ਅਤੇ ਮੈਨੂੰ ਇਹ ਲੱਗਦਾ ਗਾ ਵੀ ਉਹ ਸਾਰਿਆਂ ਨੇ ਇੱਕ ਆਪਣੀ ਪਰਸਨਲ ਲੜਾਈ ਲੈ ਲਈ ਵੀ ਇਹ ਲੜਾਈ ਮੇਰੀ ਹੈ। ਉਹ ਸੀਗੀ ਜੇ ਮੈਂ ਆਪਣੇ ਘਰ ਤੋਂ ਨਿਕਲੀ ਹਾਂ, ਹੈ ਨਾ, ਮੈਨੂੰ ਇੱਕ ਯੂਨੀਵਰਸਿਟੀ 'ਚ ਮੌਕਾ ਮਿਲ ਗਿਆ ਪੜ੍ਹਨ ਦਾ, ਤਾਂ ਮੈਂ ਇਹ ਕੋਸ਼ਿਸ਼ ਕਰਨੀ ਸੀਗੀ ਵੀ ਮੇਰੇ ਨਾਲ ਮੇਰੀ ਪਿੰਡ ਦੀਆਂ ਜਿਹੜੀਆਂ ਕੁੜੀਆਂ ਨੂੰ ਮੌਕਾ ਨਹੀਂ ਮਿਲਿਆ, ਜਾਂ ਤਾਂ ਮੈਂ ਉਹਨਾਂ ਨੂੰ ਉੱਥੇ ਜਾ ਕੇ, ਹੈ ਨਾ, ਅਤੇ ਜਾਂ ਉਹਨਾਂ ਨੂੰ ਇੱਥੋਂ ਤੱਕ ਲੈ ਕੇ ਆਉਣ ਦੀ, ਹੈ ਨਾ। ਅਤੇ ਉਹ ਲੜਾਈ ਸਾਡੀ ਸਮੁੱਚਤਾ ਦੀ ਸੀਗੀ, ਹੈ ਨਾ। ਅਤੇ ਇਹ ਨਹੀਂ ਸੀਗੀ ਵੀ ਜੇ ਹੁਣ 4 ਮੁੰਡੇ ਉੱਥੇ ਖੜੇ ਸ਼ਰਾਬ ਪੀ ਰਹੇ ਅਤੇ ਮੈਂ ਇਹ ਕਹਾਂ ਵੀ ਮੈਂ ਵੀ ਉੱਥੇ, ਜੇ ਮੈਂ ਸ਼ਰਾਬ ਪੀਊਂ ਤਾਂ ਉਹ ਮੇਰੀ ਬਰਾਬਰਤ ਹੈ। ਜੇ ਮੈਂ ਸੂਟ ਪਾਇਆ ਤਾਂ ਇਹਦੇ ਵਿੱਚ ਮੈਂ ਘਟੀਆ ਨਹੀਂ, ਜੇ ਮੈਂ ਸੂਟ ਮਤਲਬ ਸ਼ਾਰਟ ਪਾਈਏ ਜਾਂ ਜੀਨ ਪਾਈਏ, ਉਹ ਫੈਮਿਨਿਜ਼ਮ। ਮਤਲਬ ਜਿਹੜੇ ਉਹ ਇੱਕ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਫੈਮਿਨਿਜ਼ਮ, ਉਹ ਲੜਾਈ ਨਾ ਮੈਨੂੰ ਇਹ ਲੱਗਦਾ ਗਾ ਵੀ ਜਿਹੜੀ ਉਹ ਪਰਸਨਲ ਲੈ ਲਈ ਹੈ ਵੀ ਮੇਰੀ ਆਜ਼ਾਦੀ ਕੱਪੜਿਆਂ ਦੇ ਵਿੱਚ ਹੈ ਜੀ, ਘੁੰਮਣ ਫਿਰਨ ਦੀ ਹੈ ਜੀ। ਕਰ ਰਹੇ ਸੀ ਪਹਿਲਾਂ ਆਪਾਂ ਵੀ ਜੇ ਧਰਨਾ ਲਾਇਆ ਤਾਂ ਉੱਥੇ, ਹਾਂ, ਮਤਲਬ ਉਹ ਸਾਰੀਆਂ ਚੀਜ਼ਾਂ ਮੰਨ ਲਓ ਜਿਵੇਂ ਹੁਣ ਔਰਤਾਂ ਵੀ ਨੇ, ਵੈਸੇ ਤਾਂ ਔਰਤਾਂ ਬਹੁਤ ਵੱਡੇ ਪੱਧਰ 'ਤੇ ਪਹਿਲਾਂ ਤੋਂ ਧਰਨੇ 'ਚ ਜਾਂਦੇ, ਉਹ ਬੇਸ਼ੱਕ ਉਹ ਮਤਲਬ ਉਹ ਸੀਗੀਆਂ ਆਂਗਣਵਾੜੀ ਵਰਕਰ ਸੀਗੀਆਂ ਅਤੇ ਮਿਡ ਡੇ ਮੀਲ ਦੀਆਂ ਸੀਗੀਆਂ ਅਤੇ ਮਨਰੇਗਾ ਵਰਕਰ ਸੀਗੀਆਂ, ਹੈ ਨਾ। ਉਹਨਾਂ ਦੀ ਲੜਾਈ ਆਪਣੇ ਪੇਟ ਨਾਲ ਜੁੜੀ ਹੋਈ ਸੀਗੀ, ਹੈ ਨਾ। ਅਤੇ ਸ਼ਾਇਦ ਜਿਹੜਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਕਿਸਾਨੀ ਔਰਤਾਂ ਪਹਿਲੀ ਵਾਰ ਦੇਖੀਆਂ ਨੇ, ਕਿਉਂਕਿ ਉਹਦੇ ਵਿੱਚ ਵੀ ਇਹ ਚੀਜ਼ ਜੁੜ ਗਈ ਕਿ ਉਹਨਾਂ ਦੀ ਜ਼ਮੀਨ ਜਾ ਰਹੀ ਹੈ, ਉਹ ਤਾਂ ਉੱਥੇ ਨਹੀਂ ਗਈਆਂ, ਹੈ ਨਾ। ਅਤੇ ਮਤਲਬ ਨਿੱਜਤਾ ਤਾਂ ਹੈਗੀ ਹੀ ਉਹ ਆ, ਪਰ ਫਿਰ ਵੀ ਔਰਤਾਂ ਪਹਿਲੀ ਵਾਰ ਇਸ ਰੂਪ 'ਚ ਦਿਖਾਈ ਦਿੱਤੀਆਂ ਨੇਗੀਆਂ ਕਿ ਉਹਨਾਂ ਨੂੰ ਇਕੱਠ ਦੇ ਰੂਪ 'ਚ ਨਹੀਂ ਮੰਨਿਆ ਜੀ, ਉਹ ਹੁਣ ਪੋਲੀਟਿਕਸ ਕਰ ਰਹੀਆਂ ਨੇ, ਹੈ ਨਾ। ਉਹਨਾਂ ਨੂੰ ਇੱਕ ਉਹਦਾ ਦਾ ਲੈਵਲ ਪੋਲੀਟੀਕਲੀ ਵੱਧਦਾ ਜਾ ਰਿਹਾ, ਹੈ ਨਾ। ਅਤੇ ਪਹਿਲਾਂ ਉਹਨਾਂ ਨੂੰ ਇਕੱਠ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀਗਾ। ਪਰ ਜਦੋਂ ਅਸੀਂ ਵੀ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਦੇਖਦੇ ਹਾਂ, ਜਿਹੜਾ ਮੰਨ ਲਓ ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਜੇ ਕਿਤੇ ਵੀ ਕੋਈ ਧਰਨਾ ਲੱਗਿਆ, ਹੈ ਨਾ, ਅਤੇ ਅਸੀਂ ਗੱਲ ਕਰਦੇ ਹਾਂ ਉੱਥੇ ਇਲੈਕਸ਼ਨ ਦੀ ਜੀ ਇਹ ਉਹ, ਉੱਥੇ ਤੁਹਾਨੂੰ ਕੁੜੀਆਂ ਕਿੰਨੀਆਂ ਦਿਖਦੀਆਂ ਨੇ, 2 4 5। ਪਰ ਜੇ ਉਹੀ ਲੜਾਈ ਸਾਡੇ ਕੱਪੜਿਆਂ ਨੂੰ ਲੈ ਕੇ ਹੁੰਦੀ ਜੀ, ਕਲੱਬ ਜਾਣ ਦੀ ਹੁੰਦੀ ਜੀ, 24 ਘੰਟੇ, ਹੈ ਨਾ, ਆਜ਼ਾਦੀ ਦੀ ਹੁੰਦੀ, ਤਾਂ ਉੱਥੇ ਤੁਸੀਂ ਦੇਖਣਾ ਸੀ ਢੇਰ ਹੋਣੇ ਸੀ, ਉੱਪਰ ਦੀ ਉੱਪਰ ਡਿੱਗਣਾ ਸੀ। ਮਤਲਬ ਉਹ ਸਾਰੀਆਂ ਚੀਜ਼ਾਂ ਵੀ ਕਿਤੇ ਕਿਤੇ ਮਤਲਬ ਆਪਣੇ ਆਪ ਦੇ ਵਿੱਚ ਨਿੱਜਤਾ ਨੂੰ ਉਭਾਰਦੀਆਂ ਨੇਗੀਆਂ, ਹੈ ਨਾ। ਵੀ ਬੰਦਾ ਇੰਨਾ ਕੁ ਸੈਲਫਿਸ਼ ਹੋ ਗਿਆ ਵੀ ਜੇ ਮੇਰੀ ਲੜਾਈ ਹੈ ਵੀ ਉਹਦੇ ਵਿੱਚ ਮੇਰਾ ਪਰਸਨਲ ਫਾਇਦਾ ਤਾਂ ਮੈਂ ਜਾਊਂਗਾ, ਜੇ ਦੂਜੇ ਦਾ ਫਾਇਦਾ ਉਹਦੇ ਵਿੱਚ ਮੈਨੂੰ ਤਾਂ ਕੋਈ ਨਹੀਂ ਜੀ, ਠੀਕ ਹੈ ਜੇ ਹੋਊਗੀ ਅਸਲ 'ਚ ਜਿਹੜੀ ਉਹ ਤੁਸੀਂ ਬਾਤ ਕਰ ਰਹੇ ਵੀ ਮੇਰਾ ਪਰਸਨਲ ਫਾਇਦਾ, ਜਿਹੜੀ ਆ ਲੜਾਈ ਵੀ ਕੱਪੜਿਆਂ ਵਾਲੀ, ਫੈਸ਼ਨ ਵਾਲੀ, ਉਹ ਅਸਲ 'ਚ ਕਾਰਪੋਰੇਟ ਫਾਇਦਾ ਇੱਕ ਤਰ੍ਹਾਂ ਦਾ ਵੀ ਕਾਰਪੋਰੇਟ ਚੀਜ਼ਾਂ ਕੇ ਗਾਹਕ ਬਣਾਉਣੇ ਵਾਲੀ ਲੜਾਈ ਹੈ। ਉਹ ਤਾਂ ਜੀ ਉਹਨਾਂ ਨੇ ਇੱਕ ਬਹੁਤ ਵੱਡੇ ਪੱਧਰ 'ਤੇ ਉਭਾਰਤਾ, ਹੈ ਨਾ। ਵੀ ਜੇ ਤੁਸੀਂ ਮੰਨ ਲਓ ਹੁਣ ਮੇਰੇ ਸੂਟ ਪਾਇਆ, ਹੈ ਨਾ, ਅਤੇ ਉਹ ਸੂਟ ਭਾਵੇਂ ਮੈਂ PhD ਕਰ ਲਈ ਹੈ, ਪਰ ਮੈਨੂੰ ਕੀ ਸਮਝ ਜਾਏਗਾ ਇਹ ਅਨਪੜ੍ਹ ਹੈ ਜੀ, ਇਹਦਾ ਉਹ ਲੈਵਲ ਨੇ। ਜੇ ਮੈਂ ਹੁਣ ਮੈਂ ਇੱਥੇ ਜੀਨ ਪਾ ਕੇ ਬੈਠੀ ਹੋਊਂਗੀ ਤਾਂ ਜੀ ਕੁੜੀ ਬਹੁਤ ਪੜ੍ਹੀ ਲਿਖੀ ਹੈ, ਭਾਵੇਂ ਮੈਨੇ +2 ਵੀ ਨਾ ਕੀਤੀ ਹੋਵੇ। ਮਤਲਬ ਇੱਕ ਜਿਹੜਾ ਉਹ ਉਹਨਾਂ ਨੇ ਆਪਣੀ ਮਾਰਕੀਟਿੰਗ ਨੂੰ ਮਤਲਬ ਸਾਨੂੰ ਗਾਹਕ ਮਿਲ ਗਏ ਮਾਰਕੀਟਿੰਗ ਵਾਲੇ, ਸਭ ਤੋਂ ਵੱਡੀ ਗੱਲ ਸਾਡੇ ਤਾਂ ਆਪਣੇ ਕਰਦੇ ਆ ਜੀ, ਮਤਲਬ ਕਹਿੰਦੇ ਜੀ ਨੈਟਵਰਕਿੰਗ ਦਾ ਜੀ ਦੌਰ ਹੈ ਜੀ, ਨੈਟਵਰਕਿੰਗ ਮਾਰਕੀਟਿੰਗ, ਇਹ ਸਾਰੀਆਂ ਚੀਜ਼ਾਂ, ਹੈ ਨਾ। ਸਾਡੇ ਆਪਣੇ ਬੱਚੇ ਇੱਕ ਬੇਰੁਜ਼ਗਾਰੀ ਵੀ ਹੈਗੀ ਆ, ਤਾਂ ਉਹਦਾ ਇੱਕ ਵੱਡੀ ਤਰਾਸਦੀ ਹੈ ਨਾ ਬੇਰੁਜ਼ਗਾਰੀ ਸਾਡੀ, ਅਤੇ ਪਰ ਉਹਦੇ ਵਿੱਚ ਅਸੀਂ ਆਪਣੇ ਆਪ ਫਸੀ ਜਾ ਰਹੇ ਹਾਂ, ਹੈ ਨਾ। ਲੋੜਾਂ ਸਾਡੀਆਂ ਲੋੜ ਤੋਂ ਉਹ ਸਾਡੀਆਂ ਲੋੜਾਂ ਨਹੀਂ ਹੈਗੀਆਂ, ਇਛਾਵਾਂ ਮੰਨੀਆਂ ਜਾਂਦੀਆਂ ਨੇਗੀਆਂ, ਹੈ ਨਾ। ਲੋੜ ਤਾਂ ਸਾਡੀ ਸਿੰਪਲ 2 ਕੁੜਤੇ ਪਜਾਮੇ 'ਚ 2 ਸੂਟਾਂ ਦੇ ਵਿੱਚ ਪੂਰੀ ਹੋ ਸਕਦੀ ਹੈ। ਇਹ ਇਸ ਤਰ੍ਹਾਂ ਨਹੀਂ ਲੱਗਦੀ ਬਾਤ ਵੀ ਜਿਸ ਤਰ੍ਹਾਂ ਪਹਿਲਾਂ ਤੁਸੀਂ ਬਾਤ ਕਰ ਰਹੇ ਵੀ ਸਕੂਲ ਜਿਹੜੇ ਕਨਵੈਂਟ ਖੁੱਲ੍ਹ ਗਏ, ਫਲਾਣੇ ਯੂਨੀਵਰਸਿਟੀਆਂ, ਅਸਲ ਮਾ ਤਾਂ ਜੇ ਦੇਖਿਆ ਜਾਵੇ ਜਿਹੜੀ ਸਿੱਖਿਆ ਦੇ ਬਾਰੇ ਮੈਂ ਕਿਹਾ ਗਿਆ ਵੀ ਇਨਕਲਾਬ ਲਿਆਏਗੀ, ਅਸਲ ਮਾ ਤਾਂ ਸਿੱਖਿਆ ਮੈਨੂੰ ਮਾਰੇ ਮੂਲ ਤੇ ਤੋੜ ਕੇ ਇੱਕ ਹੋਰ ਦੁਨੀਆ ਮਿਲ ਜਾ ਰਹੀ ਹੈ, ਕਿਉਂਕਿ ਉੱਥੇ ਤਾਂ ਹੈ ਹੀ ਨਹੀਂ ਸਾਰਾ ਕੁਝ ਜਿਹੜਾ ਮਾਰੇ ਘਰ ਆਇਆ, ਉਹ ਹੋਰ ਚੀਜ਼ ਹੈ ਉੱਥੇ। ਜਦੋਂ ਮੈਨੂੰ ਸਕੂਲ ਭੇਜਿਆ ਜਾਂਦਾ ਮੇਰੇ ਘਰ ਤੋਂ ਪਹਿਲੀ ਕਲਾਸ ਦੇ ਵਿੱਚ, ਕੀ ਕਿਹਾ ਜਾਂਦਾ ਹੈ, ਬੱਚੇ ਤੂੰ ਊੜਾੜਾ ਨਹੀਂ ਪੁੱਛਿਆ ਜਾਏਗਾ ਸਾਡੇ ਬੱਚੇ ਨੂੰ, ਜਦੋਂ ਕੋਈ ਰਿਸ਼ਤੇਦਾਰ ਵੀ ਆ ਜਾਊਗਾ ਇਹਨੂੰ ਜੀ ABC ਆਉਣ ਲੱਗੀ, ਬੱਚੇ ABC ਸੁਣਾ, ਹੈ ਨਾ। ਮਤਲਬ ਪਹਿਲੀ ਤਾਂ ਸਾਡੀ ਜਿਹੜੀ ਮਾਤ ਭਾਸ਼ਾ, ਮੈਂ ਇਹ ਨਹੀਂ ਕਹਿੰਦੀ ਵੀ ਇੰਗਲਿਸ਼ ਪੜ੍ਹਨਾ ਬੁਰੀ ਗੱਲ ਹੈ, ਉੱਥੇ ਸਾਡੀ ਮਾਤ ਭਾਸ਼ਾ ਜਿਹੜੀ ਉਹ ਮਾਰੀ ਜਾਂਦੀ ਹੈ, ਹੈ ਨਾ। ਅਤੇ ਦੂਜੀ ਬੱਚੇ ਨੂੰ ਪਰਸੈਂਟੇਜ ਕਿੰਨੇ ਆਏ ਆ ਜੀ, 90% ਹੈ ਜੀ, 95, ਮਤਲਬ ਮਾਂ ਪਿਓ ਇਹ ਬੜਾ ਕੌਨਫੀਡੈਂਸ ਨਾਲ ਕਹਿੰਦੇ ਆ, ਹੈ ਨਾ, ਵੀ ਬੜੇ ਮਾਣ ਨਾਲ ਵੀ
ਇਹ ਸਾਰੀਆਂ ਚੀਜ਼ਾਂ ਵੀ ਸਾਡਾ ਬੱਚਾ ਬਹੁਤ ਇੰਟੈਲੀਜੈਂਟ ਹੈ, ਪਰ ਉਹਨੂੰ ਅਸੀਂ ਨਾਲ ਨਾਲ ਸੁਸਾਇਟੀ ਦੀ, ਸਮਾਜ ਨੂੰ ਪੜ੍ਹਨ ਦੀ ਪੜ੍ਹਾਈ ਜਿਹੜੀ ਹੈ ਉਹ ਸਿਖਾ ਰਹੇ ਹਾਂ। ਸਮਾਜ ਪੜ੍ਹਨ ਬਾਰੇ ਉਹਨੂੰ ਦੱਸ ਰਹੇ ਹਾਂ, ਸਮਾਜ ਨੂੰ ਜਾਣਨ ਬਾਰੇ ਦੱਸ ਰਹੇ ਹਾਂ ਵੀ ਤੂੰ ਇੱਕ ਇਨਸਾਨ ਹੋ ਕੇ ਦੂਜੇ ਇਨਸਾਨ ਬਾਰੇ ਜਾਣਨਾ ਹੈ, ਅਤੇ ਉਸ ਦੀ ਕਿਵੇਂ ਤੂੰ ਉਹਦੀ ਮਦਦ ਕਰਨੀ ਹੈ ਜੇ ਲੋੜ ਪੈਂਦੀ ਹੈ ਨਾ। ਅਸੀਂ ਉਹ ਸਮਾਜ ਨਾਲੋਂ ਤੋੜ ਕੇ ਅਸੀਂ ਉਹਨੂੰ ਇੱਕ ਕਿਤਾਬੀ ਕੀੜਾ ਬਣਾ ਰਹੇ ਹਾਂ। ਕਿਤਾਬੀ ਕੀੜਾ ਬਣਾ ਕੇ ਅਸੀਂ ਇੱਕ ਉਹਨੂੰ ਨੌਕਰ ਬਣਨ ਦੀ ਟ੍ਰੇਨਿੰਗ ਦੇ ਰਹੇ ਹਾਂ ਵੀ ਅੱਗੇ ਜਾ ਕੇ ਨੌਕਰੀ ਕਰਨੀ ਹੈ, ਨੌਕਰ ਬਣਾਉਣਾ ਹੈ ਨਾ। ਅਸੀਂ ਉਹਨਾਂ ਨੂੰ ਕੋਈ ਇਹ ਨਹੀਂ ਕਿ ਇੱਕ ਪੜ੍ਹਿਆ ਲਿਖਿਆ ਗਿਆਨਵਾਨ ਬੰਦਾ ਨਹੀਂ ਪੈਦਾ ਕਰ ਰਹੇ, ਅਸੀਂ ਇੱਕ ਨੌਕਰ ਪੈਦਾ ਕਰ ਰਹੇ ਹਾਂ ਹੈ ਨਾ। ਜਿਹੜੇ ਹੁਣ ਕਨਵੈਂਟ ਕੋਈ ਵੀ ਸਕੂਲ ਹੈ ਉਹਦੇ ਵਿੱਚ ਨੌਕਰ ਪੈਦਾ ਹੋ ਰਹੇ ਨੇ ਹੈ ਨਾ। ਅਤੇ ਸਾਡੀ ਲੜਾਈ ਸਾਡੇ ਆਪਣੇ ਘਰੇ ਵੀ ਹੁੰਦੀ ਹੈ ਨਾ, ਅਤੇ ਪਰ ਕੀ ਕਰ ਸਕਦੇ ਹਾਂ। ਸਕੂਲ ਕਾਲਜ ਯੂਨੀਵਰਸਿਟੀਆਂ ਜਾਂ ਸਾਰਾ ਕੁਝ ਦੌਰ ਚੱਲ ਰਿਹਾ, ਤੁਹਾਨੂੰ ਲੱਗਾ ਵੀ ਪੰਜਾਬ ਇਹ ਸਾਰੀ ਤਰਾਸਦੀ ਦੇ ਵਿੱਚ ਤੇ ਬਾਹਰ ਆ ਸਕਦਾ? ਕੋਈ ਆਸ ਲੱਗਾ ਵੀ ਉਹ ਸਾਰਾ ਕਿਉਂਕਿ ਹਰੇ ਇਨਕਲਾਬ ਤੇ ਸ਼ੁਰੂ ਹੋਇਆ, ਜਿਹੜੀ ਅੱਜ ਸਿੱਖਿਆ ਹੈ ਜਾਂ ਕੁਛ ਵੀ ਮਾਰੇ ਘਰਾਂ ਵੜ ਰਿਹਾ, ਉਹ ਹੋਇਆ ਤਾਂ ਉੱਥੇ ਤੇ ਹੈ ਨਾ। ਤੇ ਮੈਂ ਤਾਂ ਇਹ ਕਹੇ ਕਰਾਂ ਵੀ ਹੋਇਆ ਵੀ ਯੂਨੀਵਰਸਿਟੀ ਕੇ ਅੰਦਰ ਤੇ ਸ਼ੁਰੂ ਹੈ। ਮੰਨ ਲਓ ਜੇ ਤਾਂ ਸਰਕਾਰ ਨੇ ਸਿੱਧੀ ਕਹਿਤਾ ਜੀ ਸਕੂਲਾਂ ਦੇ ਵਿੱਚ ਆਈਲੈਟਸ ਕਰਾਓ ਤੇ ਬੱਚੇ ਬਾਹਰ ਭੇਜੋ, ਤੇ ਉਹ ਕਹਿੰਦੇ ਵੀ ਬਾਹਰ ਜਾਣਾ ਕੀ ਗੁਨਾਹ ਹੈ, ਗਲਤ ਹੈ। ਹੁਣ ਸਾਡੇ 1.5 ਲੱਖ ਹਰ ਸਾਲ ਬੱਚਾ ਬਾਹਰ ਜਾਂਦਾ ਹੈ ਨਾ, 1.5 ਲੱਖ ਨੌਜਵਾਨ ਬਾਹਰ ਚਲਾ ਗਿਆ, ਤੇ ਪੰਜਾਬ 'ਚ ਕੀ ਰਹੂਗਾ ਹਰ ਸਾਲ? ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡੀ ਉਹਦੇ ਖੜਕੂਬਾਦ ਦੇ ਵਿੱਚ ਪਹਿਲੀ ਪੀੜ੍ਹੀ ਜਦੋਂ ਮਰੀ ਹੈ, ਇਹ ਤੋਂ ਬਾਅਦ ਸਾਡੀ ਹੁਣ ਜਾਂ ਬੱਚਿਆਂ ਨੂੰ ਬਾਹਰ ਭੇਜ ਦਿਓ ਜਾਂ ਨਸ਼ਿਆਂ ਨਾਲ। ਮਤਲਬ ਸਾਨੂੰ ਤਾਂ ਨਾ ਤਾਂ ਪੋਲੀਟੀਕਲੀ ਗਰੋ ਹੋਣ ਦਿੱਤਾ, ਅਤੇ ਨਾ ਸਾਨੂੰ ਉਸ ਸੁਸਾਇਟੀ ਦੇ ਲੈਵਲ ਦਾ, ਸਮਾਜ ਦੇ ਲੈਵਲ ਦਾ ਮਤਲਬ ਹੋਣ ਹੀ ਨਹੀਂ ਦਿੱਤਾ ਗਿਆ। ਅਤੇ ਹੁਣ ਕਹਿੰਦੇ ਵੀ ਤੁਸੀਂ ਇੱਥੇ ਮੰਗ ਨਾ ਕਰੋ, ਹੁਣ ਅਸੀਂ ਤੁਹਾਨੂੰ ਇੱਕ ਉਹੀ ਸਰਕਾਰੀ ਸਕੂਲਾਂ ਦੇ ਵਿੱਚ ਹੀ ਜਾਂ ਟ੍ਰੇਨਿੰਗ ਸੈਂਟਰ ਦੇ ਦਿੰਦੇ ਜੀ, ਇੱਥੋਂ ਪੈਸਾ ਲਾਓ ਬਾਹਰ ਜਾਓ। ਬਹੁਤ ਪਾਰਟੀਆਂ, ਅਕਾਲੀ ਦਲ, ਕਾਂਗਰਸ, ਆਮ ਆਦਮੀ, ਆਮ ਆਦਮੀ ਪਾਰਟੀ, ਬਦਾਮ ਪਾਰਟੀ, ਮੂੰਗਫਲੀ ਪਾਰਟੀ, ਪਤਾ ਨਹੀਂ ਕਿੰਨੀਆਂ ਪਾਰਟੀਆਂ। ਹਰ ਰੋਜ਼ ਇੱਕ ਨਵੀਂ ਪਾਰਟੀ ਬਣਦੀ ਜਾ ਰਹੀ ਹੈ। ਕਿਸੇ ਮਤੇ ਵੀ ਪੰਜਾਬ ਕੀ ਕੋਈ ਲੜਾਈ ਲੜੇਗੀ, ਮੈਨੂੰ ਤਾਂ ਲੱਗਦਾ ਨਹੀਂ। ਮੈਨੂੰ ਤਾਂ ਇਹ ਲੱਗਦਾ ਹੁੰਦਾ ਹੈਗਾ ਵੀ ਉਹ ਪੰਜਾਬ ਦੀ ਲੜਾਈ ਨਹੀਂ, ਉਹ ਆਪਣੇ ਪਰਿਵਾਰ ਦੀ ਲੜਾਈ ਲੜ ਰਹੇ ਆ, ਵੀ ਆਪਦੀ ਕੁਰਸੀ ਦੀ, ਸੱਤਾ ਦੀ ਲੜਾਈ ਹੈ ਨਾ। ਅਤੇ ਮੈਨੂੰ ਇਹ ਲੱਗਦਾ ਹੈਗਾ ਵੀ ਜਿਸ ਲੈਵਲ ਦੀ ਉਹ ਲੜਾਈ ਲੜਦੀਆਂ ਨੇਗੀਆਂ, ਅਤੇ ਉਹ ਲੀਡਰ ਨਹੀਂ ਹੈਗੇ, ਉਹ ਕਰਿੰਦੇ ਪੈਦਾ ਕਰ ਰਹੇ ਹਨ। ਅਸਲੀ ਇੱਕ ਲੀਡਰ ਉਹ ਹੁੰਦਾ ਹੈ ਜਿਹੜਾ ਇੱਕ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਂਦਾ, ਅਤੇ ਆਪਣੇ ਨੀਚੇ ਮਤਲਬ ਜਿਹੜੇ ਸਮਾਜ ਦੇ ਵਿੱਚ ਕੰਮ ਕਰਦਾ ਉੱਥੇ ਲੋਕਾਂ ਨੂੰ ਇੰਨਾ ਕੁ ਗਿਆਨਵਾਨ ਬਣਾਉਂਦਾ ਕਿ ਆਉਣ ਵਾਲਾ ਭਵਿੱਖ ਦੇ ਵਿੱਚ ਇਹ ਖੜਾ ਹੋਵੇ ਹੈ ਨਾ। ਅਤੇ ਜੇ ਉਹ ਇੱਕ ਅਗਵਾਈ ਵੀ ਕਰਦਾ, ਸਾਡੇ ਅਗਵਾਈ ਨਹੀਂ ਕਰਦੇ ਹੈਗੇ ਸਾਡੇ, ਤਾਂ ਜੇ ਮੈਂ ਇੱਕ ਸਵਾਲ ਵੀ ਪੁੱਛੂੰਗੀ ਤਾਂ ਉੱਥੋਂ ਭੱਜਣ ਦੀ ਗੱਲ ਕਰਦੇ ਹਨ। ਅਤੇ ਉਹ ਇੱਕ ਮਤਲਬ ਗੁੰਡੇ ਟਾਈਪ ਜਿਹੜਾ ਉਹ ਪੈਦਾ ਕੀਤੇ ਜਾ ਰਹੇ ਹੈਗੇ। ਅਤੇ ਠੀਕ ਹੈ, ਉਹ ਆਪਣੀ ਸੱਤਾ ਦੀ, ਉਹਨਾਂ ਦੀ ਕੁਰਸੀ ਦੀ ਲੜਾਈ ਹੈ। ਅੱਛਾ, ਜਿਹੜੇ ਇਹ ਖੁਦਕਸ਼ੀਆਂ ਤੇ ਬਾਅਦ ਕਰਜ਼ੇ ਜਾਂ ਹੋਰ ਕੁਛ ਇਹਨਾਂ ਹਾਲਤਾਂ ਦਾ ਜਿਹੜੀ ਲੜਾਈ ਲੜੀ ਜਾ ਰਹੀ ਹੈ, ਹੁਣ ਕੀ ਕਿਸ ਤਰ੍ਹਾਂ ਲੱਗਾ ਤੁਹਾਨੂੰ ਵੀ ਹੁਣ ਕਿਆ ਬਣ ਸਕਦਾ ਭਵਿੱਖ ਵਿੱਚ? ਦੇਖੋ, ਲੜਾਈ ਹੈ, ਲੜਾਈ ਜਿੰਨਾ ਚਿਰ ਜਿਉਂਦੇ ਲੜਨੀ ਉਹ ਪੈਂਦੀ ਹੈ ਹੈ ਨਾ। ਅਤੇ ਪਰ ਇੰਨਾ ਹੁਣ ਪੰਜਾਬ ਦੇ ਵਿੱਚ ਜਿਹੜੇ ਯੂਨੀਵਰਸਿਟੀਆਂ ਨੇ ਵੀ ਸਰਵੇ ਕਰ ਲਿਆ ਨਾ, ਪੰਜਾਬੀ ਯੂਨੀਵਰਸਿਟੀ ਹੋਈ ਜੀ, ਲੁਧਿਆਣਾ ਖੇਤੀ ਯੂਨੀਵਰਸਿਟੀ ਹੋਈ ਹੈ ਨਾ, ਅਤੇ ਗੁਰੂ ਨਾਨਕ ਯੂਨੀਵਰਸਿਟੀ, ਉਹਦੇ ਜਿਹੜਾ ਸਰਵੇ ਹੈ ਸਰਕਾਰ ਜਿਹਨੂੰ ਮੰਨ ਰਹੀ ਹੈ ਵੀ 16,606 ਪਰਿਵਾਰ ਹੈ ਪੰਜਾਬ ਦੇ ਵਿੱਚ ਜਿਹੜਿਆਂ ਨੇ ਖੁਦਕੁਸ਼ੀ ਕੀਤੀ ਹੈ, ਉਹਦੇ ਵਿੱਚੋਂ ਵੀ ਤੀਜੇ ਹਿੱਸੇ ਨੂੰ ਜਿਹੜੀ ਮੁਆਵਜ਼ਾ ਮਿਲਿਆ, ਕੰਪਨਸੇਸ਼ਨ ਮਿਲੀ ਹੈ ਨਾ। ਅਤੇ ਇਹ ਦੇਖੋ ਵੀ ਸਰਕਾਰ ਜਿਹਨੂੰ ਮੰਨ ਵੀ ਰਹੀ ਹੈ ਨਾ ਵੀ ਇਹਨੇ ਕੀਤੀ, ਉਹਨਾਂ ਤੱਕ ਨਹੀਂ ਪਹੁੰਚਾ ਪਾਈ। ਅਤੇ ਜਿਹੜੇ ਤਾਂ ਹਾਲੇ ਰਿਕਾਰਡ ਤੋਂ ਬਾਹਰ ਨੇ, ਜਿਨ੍ਹਾਂ ਨੇ ਪੋਸਟਮਾਰਟਮ ਨਹੀਂ ਕਰਾਇਆ ਜੀ, ਇਹ ਹੁਣ ਪਿੰਡਾਂ ਦੇ ਵਿੱਚ ਜਾਓ, ਅਤੇ ਹੁਣ ਅਸੀਂ ਇੱਕ ਸਰਵੇ ਕੀਤਾ ਅਤੇ 450 ਪਰਿਵਾਰ ਨੂੰ ਵਿੱਚ ਗਏ, ਅਤੇ ਉਹਦੇ ਵਿੱਚ ਸਿਰਫ 25 ਪਰਿਵਾਰਾਂ ਨੇ ਪੋਸਟਮਾਰਟਮ ਕਰਾਇਆ, ਅਤੇ ਜਿਹੜਾ ਉਹ 425 ਨੇ ਉਹ ਤਾਂ ਉਹਦੇ ਸਰਕਾਰ ਦੇ ਉਹ 'ਚ ਹੀ ਨਹੀਂ ਦਰਜ ਹੋਏ ਹੈ ਨਾ। ਅਤੇ ਮਤਲਬ ਉਹ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਉਹਨਾਂ ਨੂੰ ਉਸ ਪਾਲਿਸੀ ਤੋਂ, ਉਸ ਮੁਆਵਜ਼ੇ ਤੋਂ ਦੂਰ ਉਹ ਕਰਦੀਆਂ ਨੇਗੀਆਂ। ਸਰਕਾਰ ਉਹਨਾਂ ਨੂੰ ਤਾਂ ਮੰਨ ਹੀ ਰਹੀ ਹੈ ਵੀ ਇਹਨਾਂ ਨੇ ਖੁਦਕੁਸ਼ੀ ਕੀਤੀ। ਇੱਕ ਬੰਦਾ ਮਰ ਜਾਂਦਾ ਹੈ, ਉਹ ਖੁਦਕੁਸ਼ੀ ਕਰ ਜਾਂਦਾ, ਉਹ ਇਦੋਂ ਵੱਡਾ ਸਬੂਤ ਤੁਹਾਨੂੰ ਕੀ ਦੇ ਵੀ ਮੇਰੇ ਸਿਰ ਕਰਜ਼ਾ। ਸਰਕਾਰ ਕਹਿੰਦੀ ਹੈ ਜੀ ਇਹਦੇ ਕੋਲ ਪੋਸਟਮਾਰਟਮ ਨਹੀਂ ਹੈਗਾ ਜੀ, ਇਹਦੇ ਕੋਲ ਪੁਲਿਸ ਰਿਪੋਰਟ ਨਹੀਂ ਹੈਗੀ ਜੀ, ਇਹਦੇ ਕੋਲ ਜਿਹੜਾ ਕਰਜ਼ਾ ਉਹ ਸਰਕਾਰੀ ਨਹੀਂ ਹੈਗਾ। ਜੇ ਸਰਕਾਰ ਦਾ ਕਰਜ਼ਾ ਦੇਣਾ, ਬੈਂਕ ਦਾ ਦੇਣਾ ਤਾਂ ਮੰਨਿਆ ਜਾਊਗਾ, ਇਹ ਤਾਂ ਪ੍ਰਾਈਵੇਟ ਕਰਜ਼ਾ, ਇਹ ਮੰਨਿਆ ਨਹੀਂ ਜਾਊਗਾ। ਜ਼ਮੀਨ ਇਹਦੇ ਨਾਂ 'ਤੇ ਨਹੀਂ ਹੈਗੀ, ਇਹਦੇ ਬਾਪ ਦੇ ਨਾਂ 'ਤੇ। ਮਤਲਬ ਸਰਕਾਰ ਇੱਕ ਜਿਹੜਾ ਵਿਕਟਮ ਪਰਿਵਾਰ ਹੈ, ਪੀੜਤ ਹੈ, ਆਲਰੇਡੀ ਇੰਨੇ ਦੁੱਖਾਂ 'ਚੋਂ ਲੰਘ ਰਿਹਾ, ਸਰਕਾਰ ਉਹਨੂੰ ਐਵੇਂ ਕੰਡੀਸ਼ਨਾਂ ਲਗਾ ਰਹੀ ਹੈ। ਪਾਲਿਸੀ ਕਹਿੰਦੀ ਹੈ ਜੀ 1 ਸਾਲ ਤੱਕ ਖੇਤੀ ਸਰਕਾਰ ਮਤਲਬ ਉਹ ਖੁਦ ਕਰਾਏਗਾ ਪ੍ਰਸ਼ਾਸਨ। ਇੱਥੇ ਤਾਂ ਕੋਈ ਪੁੱਛਣ ਤੱਕ ਨਹੀਂ ਆਉਂਦਾ। ਖੈਰ, ਮੈਨੂੰ ਲੱਗਾ ਵੀ ਸਾਰੇ ਮਸਲੇ ਦਾ ਸਭ ਤੋਂ ਵੱਡਾ ਜਿਹੜੀ ਜੜ ਹੈ ਵੀ ਜਦ ਤੇ ਹਰਾ ਇਨਕਲਾਬ ਸ਼ੁਰੂ ਹੋਇਆ, ਪਹਿਲਾਂ ਆਪਾਂ ਨੇ ਸਾਂਝ ਤੀ ਇੱਕ ਮਤਲਬ ਉਸ ਜਿਹੜੀ ਨਿੱਜਵਾਦ ਦੇ ਵਿੱਚ ਸਾਰਾ ਕੁਛ ਹੈ, ਹਮਾਰੀ ਪੜ੍ਹਾਈ ਹੈ, ਚਾਹੇ ਯੂਨੀਵਰਸਿਟੀਆਂ, ਚਾਹੇ ਕਾਲਜ, ਸਕੂਲ, ਅਤੇ 24 ਘੰਟੇ ਪੰਜਾਬ ਉਹ ਰਹੇ ਹੀ ਨਹੀਂ ਜਿਹੜਾ ਕਹੇ ਕਰਦੇ ਤੇ ਵੀ
ਸੱਭੇ ਸਾਂਝੀ ਵਾਲ ਸਦਾਏ ਨਾਲ ਸਾਰਿਆਂ ਦਾ ਸਾਰਾ ਸਾਂਝਾ ਵੀ ਐਵੇਂ ਤਾਂ ਇੱਕ ਪਾਗਲਖਾਨਾ ਬਣ ਗਿਆ ਬਹੁਤ। ਮੈਨੂੰ ਤਾਂ ਇਸ ਤਰ੍ਹਾਂ ਲੱਗਾ ਕਦੇ ਅਸਲ ਦੇ ਵਿੱਚ ਸਮੱਸਿਆ ਕਿੱਥੇ ਆ ਵੀ ਸਾਡੇ ਪਿੰਡਾਂ ਦੇ ਵਿੱਚ ਵੀ ਜਿਹੜਾ ਭਾਈਚਾਰਕ ਸਾਂਝ ਟੁੱਟ ਸੀ ਉਹ ਗਈ। ਉਹਦੇ ਕਰਕੇ ਭਾਈਚਾਰਕ ਬੰਦਾ ਇਕੱਲਾ ਹੋਣੇ ਕਰਕੇ ਖੁਦਕੁਸ਼ੀਆਂ ਵਾਲਾ ਦੌਰ ਵੀ ਇੱਥੇ ਆ ਗਿਆ ਨਾ। ਬਿਲਕੁਲ। ਤੇ ਹੁਣ ਮੰਨ ਲਓ ਪਹਿਲਾਂ ਤਾਂ ਸਾਡਾ ਇਹ ਹੁੰਦਾ ਸੀਗਾ ਵੀ ਸਾਡੇ ਚਾਚੇ ਤਾਇਆਂ ਦੇ ਘਰ ਨੇ ਇਹ ਉਹ, ਹੁਣ ਤਾਂ ਸਾਨੂੰ ਜੇ ਮੈਨੂੰ ਲੱਗਦਾ ਕਈ ਦਿਨ ਲੰਘ ਜਾਂਦੇ ਆ ਹੈ ਨਾ, ਤੇ ਸਾਨੂੰ ਆਪਣੇ ਪਿੰਡ ਦੇ ਵਿੱਚ ਵੀ ਇੱਕ ਪਤਾ ਹੀ ਨਹੀਂ ਉੱਪਰ ਲੱਗਦਾ। ਜਿਹਾ ਫੀਲ ਮਤਲਬ ਐਂ ਹੁੰਦਾ ਹੈ ਨਾ, ਮਹਿਸੂਸ ਹੁੰਦਾ ਹੈ। ਤੇ ਪਹਿਲਾਂ ਤਾਂ ਇਹ ਹੈ ਹੀ ਨਹੀਂ ਸੀ ਇਹ ਸਾਰੀਆਂ ਚੀਜ਼ਾਂ, ਪਰ ਦਿਨੋਂ ਦਿਨ ਜਿਹੜਾ ਉਭਾਰ ਹੈ ਇਹ ਮਤਲਬ ਇਹ ਉਹ ਵੱਧਦਾ ਜਾ ਰਿਹਾ ਹੈ ਵੀ ਠੀਕ ਹੈ। ਤੇ ਜਿਹੜੀ ਇਹ ਸਿੱਖਿਆ ਵੀ ਹੈ ਕਨਵੈਂਟ ਕੀ, ਨਿਆਣਾ ਸਵੇਰੀ ਲੱਦਿਆ ਵੈਨ ਵਾ ਸਕੂਲ ਵਾ, ਉੱਥੇ ਵੈਨ ਵਾ ਲੱਦਿਆ ਘਰਾਂ, ਉਹਦੇ ਬਾਅਦ ਟਿਊਸ਼ਨ ਭੇਜਤਿਆ, ਉਹ ਇਕੱਲਾ ਹੋ ਗਿਆ, ਉਹਨੂੰ ਪਤਾ ਹੀ ਨੇੜੇ ਤੇੜੇ ਕਿਆ ਹੋ ਰਿਹਾ। ਨਹੀਂ ਉਹੀ ਤਾਂ ਹੈ ਵੀ ਉਹ ਕਿਤਾਬੀ ਕੀੜਾ ਜੀ, ਉਹਨੂੰ ਸਿਰਫ ਇੱਕ ਆਪਣੀ ਕਿਤਾਬ ਦੇ ਸਰੀਏ ਮੈਂ ਤਾਂ ਇਹ ਕਹੇ ਕਰਾਂ ਜੀ ਸਿੱਧੀ ਬਾਤਾਂ ਵਾ ਵੀ ਜਿਹੜੀ ਇਹ ਸਿੱਖਿਆ ਹੈ ਮੈਨੂੰ ਲਗਾ ਵੀ ਉਹ ਹਾਈਲੀ ਇੰਟੈਲੈਕਚੁਅਲੀ ਆ ਕਿਆ ਬਣ ਰਹੇ ਹੈ, ਪਰ ਇਹ ਮਾਰੀ ਮਤਲਬ ਕਿ ਮੌਤ ਹੈ। ਕਿਉਂਕਿ ਉਹ ਬੰਦੇ ਜਿਹੜੇ ਵੀ ਪੜ੍ਹ ਕੇ ਨਿਕਲ ਰਹੇ ਹੈ ਉਹ ਆਪਣੇ ਬਾਰੇ ਸੋਚ ਰਹੇ ਹੈ, ਨਿੱਜੀ ਪ੍ਰਾਈਵੇਟ ਲਾਈਫ ਵਾਲਾ ਜਿਹੜਾ ਫੈਮਿਨਿਜ਼ਮ ਕਹਿ ਲਓ ਉਹਨੂੰ ਕੁਛ ਕਹਿ ਲਓ, ਉਹ ਇਸੇ ਗੱਲ ਪਰ ਆ ਕੇ ਮੁੱਕ ਰਹੀ ਮੈਨੂੰ ਮਤਲਬ ਲਗਜ਼ਰੀ ਆ ਜੋ ਵੀ ਉਹ ਕਹਿੰਦੇ ਉਹ ਚਾਹੀਦੀ ਹੈ ਵੀ ਉਹਦੇ ਬਿਨਾਂ ਮੈਂ ਗੁਜ਼ਾਰਾ ਹੀ ਨਹੀਂ ਕਰ ਸਕਦਾ। ਨਹੀਂ ਉਹ ਤਾਂ ਸਾਨੂੰ ਕਨਵੈਂਟ ਕੀ ਸਿਖਾ ਰਿਹਾ ਜੀ, ਜੋ ਸਾਨੂੰ ਘਰ ਤੋਂ ਭੇਜਦੇ, ਘਰ ਦੇ ਕਹਿ ਕੇ ਭੇਜਦੇ ਆ ਵੀ ਇਹਨੇ ਹੁਣ ਮੰਨ ਲਓ ਮੈਨੂੰ ਮੇਰੀ ਐਡਮਿਸ਼ਨ ਹੋਈ ਹੈ ਨਾ, ਮੇਰੇ ਘਰਦਿਆਂ ਨੇ ਕਿਹਾ ਜੇ ਰੀਪੀਅਰ ਆ ਗਈ ਫੇਲ ਹੋ ਗਈ ਅਸੀਂ ਐਡਮਿਸ਼ਨ ਨਹੀਂ ਕਰਾਉਣੀ। ਉਹਨਾਂ ਨੇ ਇਹ ਨਹੀਂ ਦੇਖਿਆ ਵੀ ਉਹਦੀ ਰੀਪੀਅਰ ਆ ਗਈ ਪਰ ਉਹਨੂੰ ਕੋਈ ਨੌਲੇਜ ਹੈ, ਉਹਨੇ ਕੁਛ ਪੜ੍ਹਿਆ ਨਹੀਂ। ਉਹ ਕਹਿੰਦੇ ਵੀ ਪੇਪਰ 'ਚ ਪਾਸ ਹੋਣ ਤੇ ਪਰਸੈਂਟੇਜ ਤੱਕ ਦਾ ਮਤਲਬ ਹੈ, ਤੈਨੂੰ ਆਵੇ ਭਾਵੇਂ ਕੱਖ ਨਾ, ਹੈ ਨਾ। ਅਤੇ ਉਹੀ ਆ ਸਾਡੇ 2-4 ਸਾਲਾਂ 'ਚ ਵਾਪਰਿਆ ਕਰੋਨਾ ਦੇ ਵਿੱਚ ਵੀ। ਸਾਡੇ ਯੂਨੀਵਰਸਿਟੀਆਂ ਦੇ ਹਾਲਾਤ ਉਹ ਨੇਗੇ ਵੀ ਉੱਥੇ ਕੋਈ ਖੜਨ ਨੂੰ ਦਿਲ ਨਹੀਂ ਕਰਦਾ, ਖੜਨ ਨੂੰ ਕੀ ਔਨਲਾਈਨ ਪੇਪਰ ਹੋਏ ਆ ਜੀ, ਅਸੀਂ ਕਿਵੇਂ ਮਰਜ਼ੀ ਕਰਤੇ। ਮਤਲਬ ਜਿਹੜਾ ਪੜ੍ਹ ਵੀ ਰਿਹਾ ਉਹਦਾ ਵੀ ਕੋਈ ਮੁੱਲ ਨਹੀਂ, ਹੈ ਨਾ। ਮਤਲਬ ਸਾਰਾ ਕਰਪਟ ਸਿਸਟਮ ਹੈ ਜੀ। ਸੋ ਖੈਰ ਮੈਨੂੰ ਲਗਾ ਜੀ ਵੀ ਪੰਜਾਬ ਕਾ ਜਿਹੜੀ ਤਾਣੀ ਉਲਝੀ ਹੋਈ ਹੈ, ਜਿੱਥੇ ਤੇ ਪਹਿਲਾਂ ਵੀ ਬਾਤ ਕਰ ਰਹੇ ਤੇ ਆਪਾਂ ਵੀ ਅਸਲ ਮਾ ਤਾਂ ਯੂਰਪ ਦੀਆਂ ਬਾਤਾਂ ਚੱਲਾਂ ਜਦ ਵੀ ਉਹਨਾਂ ਦੀ ਸਭ ਤੋਂ ਬੜੀ ਤਰਾਸਦੀ ਹੈ ਵੀ ਉੱਥੇ ਕਹਾਂ ਵੀ ਜੇ ਬਾਪ ਪੁੱਤ ਬਾਜ਼ਾਰ ਮਾ ਗਏ ਤਾਂ ਹਰੇਕ ਨੇ ਆਪਣੇ ਆਪਣੇ ਪੈਸੇ ਖਰਚ ਕਰਨੇ। ਬਿਲਕੁਲ ਉਹ ਪ੍ਰਾਈਵੇਟ ਲਾਈਫ ਵਾਲਾ ਨਾਰਾ ਹੈ ਅਤੇ ਉਹਨਾਂ ਨੂੰ ਕਿਸੇ ਨੂੰ ਨਾ ਮਾਂ ਕਾ ਨਾ ਬਾਪ ਕਾ ਨਾ ਭੈਣ ਭਾਈ, ਪਰਿਵਾਰ ਮਤਲਬ ਕਿ ਖਤਮ ਹੋਇਆ ਉੱਥੇ, ਬਿਰਲੇ ਬਚੇ ਹੈ। ਸੋ ਪੰਜਾਬ ਵੀ ਮੈਨੂੰ ਲਗਾ ਵੀ ਆਪਾਂ ਉੱਧਰ ਹੀ ਨੂੰ ਵੱਧ ਰਿਹਾ ਸਾਰਾ ਕੁਛ। ਅਸਲ ਦੇ ਵਿੱਚ ਨਾ ਸਾਡੇ ਹਰ ਇੱਕ ਚੀਜ਼ ਕਲਚਰ ਦੇ ਉਲਟ ਹੋ ਰਹੀ ਹੈ। ਇਹ ਨਹੀਂ ਦੇਖ ਰਹੀ ਮਤਲਬ ਕੋਈ ਵੀ ਸਟੇਟ ਹੈ, ਜਿਵੇਂ ਹਰਿਆਣੇ ਦਾ ਕਲਚਰ ਅਲੱਗ ਹੋਏਗਾ, ਪੰਜਾਬ ਦਾ ਅਲੱਗ ਹੈ ਨਾ। ਅਤੇ ਪੰਜਾਬ ਦਾ ਜਿਹੜਾ ਕਲਚਰ ਹੈ ਸਾਡੇ ਉਸ ਕਲਚਰ ਤੋਂ ਉਲਟ ਲਿਆ ਕੇ ਚੀਜ਼ਾਂ ਇੱਥੇ ਫਿੱਟ ਕੀਤੀਆਂ ਜਾ ਰਹੀਆਂ ਨੇਗੀਆਂ। ਹਮੇਂ ਉਸਕਾ ਮਾਣ ਕਰ ਰਹੇ ਹੈ। ਹਾਂ ਨਹੀਂ ਉਹ ਸਾਡਾ ਹੁਣ ਜਿਹੜਾ ਪੜ੍ਹਿਆ ਲਿਖਿਆ ਜੀ ਬਸ ਠੀਕ ਹੈ, ਇਕੱਲੇ ਰਹੋ ਜੀ ਬਸ ਠੀਕ ਹੈ। ਹਾਲੇ ਜਿਹੜੀਆਂ ਪੁਰਾਣੀਆਂ ਬੀਬੀਆਂ ਕਹਿੰਦੀਆਂ ਨੇ ਜੀ ਮੈਂ ਨਹੀਂ ਕੋਠੀ ਦੇ ਅੰਦਰ ਵੜਨਾ, ਸਾਹ ਬੰਦ ਹੁੰਦਾ ਹੈ ਨਾ। ਅਤੇ ਸਾਡੇ ਸਾਹਮਣੇ ਐਗਜ਼ਾਮਪਲ ਆ ਪਿਛਲੇ ਘਰ ਵਾਲਿਆਂ ਨੇ, ਉਹ ਸਾਰੀਆਂ ਚੀਜ਼ਾਂ ਨੇ। ਭਾਈ ਗੁਰਦਾਸ ਉਹਨਾਂ ਨੇ ਭਾਈ ਗੁਰਦਾਸ ਜੀ ਨੇ ਬਹੁਤ ਵਧੀਆ ਆਪਣੀ ਵਾਰਗੇ ਵਿੱਚ ਲਿਖਿਆ, ਮੈਂ ਇੱਕ ਦਿਨ ਕਿਤੇ ਪੜ੍ਹ ਰਿਹਾ था ਕਿ ਆਪਣ ਹੱਥੀ ਆਪਣੀ ਚੜੇ ਆਪ ਉਹ ਪੱਟੈ। ਸੋ ਹਮੇਂ ਉਸੀ ਜਿਹੜੀ ਹੈਗੀ ਹੈ ਉੱਧਰ ਨੂੰ ਮਤਲਬ ਕਿ ਬਹੁਤ ਖਤਰਨਾਕ ਦੌੜ ਲਾਤੀ ਹੈ ਅਤੇ ਉਸੇ ਵਿੱਚ ਤੇ ਸਾਰਾ ਕੁਛ ਨਿਕਲਿਆ ਜਿਹੜਾ ਕਿ ਪੰਜਾਬ ਗੱਲ ਵਾਪਰ ਰਿਹਾ। ਅੱਜ ਕਿਸਾਨੀ ਘੋਲ ਉੱਥੇ ਪਹੁੰਚਿਆ, ਇਸ ਇਹ ਵੀ ਹਰੇ ਇਨਕਲਾਬ ਕੀ ਦੇਣ ਹੈ ਕਿ ਉੱਥੇ ਦੇ ਪਹੁੰਚਦੇ ਝੋਨਾ ਲਵਾ ਕੇ ਪਾਣੀ ਖਤਮ ਕਰਦੇ ਹੋਏ ਅਜੇ ਉਰੇ ਤੱਕ ਕਹਾਣੀ ਚਲੀ ਗਈ। ਨਹੀਂ ਬਿਲਕੁਲ, ਜਿਵੇਂ ਹੁਣ ਇਸ ਏਰੀਆ ਦੇ ਵਿੱਚ ਤਾਂ ਬਹੁਤ ਵੱਡਾ ਕ੍ਰਾਈਸਿਸ ਹੈ ਪਾਣੀ ਦਾ, ਬਹੁਤ ਜ਼ਿਆਦਾ ਪਾਣੀ ਇੰਨਾ ਡੂੰਘਾ ਚਲਾ ਗਿਆ। ਸੋ ਇਹ ਬਹੁਤ ਵੱਡੀਆਂ ਸਾਜ਼ਿਸ਼ਾਂ ਦੀਆਂ ਮੈਨੂੰ ਕਦੇ ਲਗਾ ਵੀ ਉਹ ਕਿਉਂਕਿ ਪੰਜਾਬ ਕੇ ਲੋਕ ਸ਼ੁਰੂ ਤੇ ਮਤਲਬ ਕਿ ਬਾਗੀ ਤੇ ਸਮੇਂ ਕੇ ਹਾਕਮਾਂ ਕੇ ਖਿਲਾਫ ਲੜਦੇ ਰਹੇ ਹੈ। ਬਾਬਾ ਦੁੱਲਾ ਭੱਟੀ ਨੇ ਕਦੇ ਕਿਹਾ ਤਾਂ ਵੀ ਢਾਵਾਂ ਦਿੱਲੀ ਦੇ ਕਿੰਗਰੇ ਤੇ ਭਾਜੜ ਪਾਵਾਂ ਲਾਹੌਰ, ਅਕਬਰ ਨੇ ਲਲਕਾਰਿਆ। ਅਤੇ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਊਧਮ ਸਰਾਭੇ ਕਿੰਨੇ ਸੂਰਮੇ ਹੋਏ। ਅਤੇ ਉਹ ਜਿਹੜੇ ਹਾਕਮਾਂ ਨੂੰ ਲੱਗੇ ਤਾਂ ਵੀ ਇਹ ਧਰਤੀ ਜੇ ਬਚੀ ਰਹੇਗੀ ਤਾਂ ਇਹ ਮਾਨੂੰ ਨਹੀਂ ਮਤਲਬ ਕਿ ਲੁੱਟ ਮਾਰ ਨਹੀਂ ਕਰਨ ਦੇਣਗੇ। ਸੋ ਉਹਨਾਂ ਦੀ ਨੀਤੀਆਂ ਤੀਆਂ ਪਾਣੀ ਨੂੰ ਜ਼ਹਿਰੀਲਾ ਕਰਨਾ, ਮਿੱਟੀ ਨੂੰ ਖੋਹਣਾ, ਸਾਰਾ ਕੁਛ ਸੋ ਹੋ ਰਿਹਾ। ਅਤੇ ਮੈਨੂੰ ਕਦੇ ਲਗਾ ਵੀ ਸਿੰਧ ਘਾਟੀ ਜਿਹੜੀ ਆਪਣਾ ਇਤਿਹਾਸ ਦੌਰਾਨ ਜਾ ਰਹੀ ਹੈ ਉਹ ਵੀ ਕਦੇ ਸਿੰਧ ਘਾਟੀ ਹੋਈ ਦੀ ਰਹਾਂ ਵੀ 5000 ਸਾਲ ਬੰਦੇ ਚਲੇ ਗਏ। ਉਰੇ ਵੀ ਮੈਨੂੰ ਲਗਾ ਵੀ ਜੇ ਇਹ ਕੋਈ ਇਹੋ ਜਿਹਾ ਇਨਕਲਾਬ ਨਾ ਵਾਪਰਿਆ ਤਾਂ ਇਹ ਧਰਤੀ ਵੀ ਇਸ ਤਰ੍ਹਾਂ ਹੀ ਫਿਰ ਇੱਕ ਸਮੇਂ ਦੀ ਗਰਦਮਾ ਗੁਆਚ ਜਾਏਗੀ। ਵੈਸੇ ਇਸ ਅੰਦੋਲਨ ਨੇ ਥੋੜ੍ਹਾ ਜਿਹਾ ਮਤਲਬ ਇੱਕ ਜਾਨ ਪੈਦਾ ਕੀਤੀ ਹੈ, ਪਾਈ ਹੈ ਹੈ ਨਾ, ਵੀ ਕੁਛ ਚੇਂਜ ਆਊ। ਹਰ ਇੱਕ ਬੰਦੇ ਨੂੰ ਉਮੀਦ ਹੈ, ਆਸ ਲਾਈ ਹੋਈ ਹੈ ਵੀ ਇਹਦੇ ਵਿੱਚੋਂ ਕਾਫੀ ਵੱਡਾ ਚੇਂਜ ਆਊਗਾ। ਪਰ ਫਿਰ ਵੀ ਖੁਦਕੁਸ਼ੀਆਂ ਠੀਕ ਹੈ, ਜਦੋਂ ਅੰਦੋਲਨ ਸ਼ੁਰੂ ਹੁੰਦਾ ਉਹਨਾਂ 2 ਮਹੀਨਿਆਂ ਦੇ ਵਿੱਚ ਬਹੁਤ ਘੱਟ ਸੀਗੀਆਂ ਹੈ ਨਾ। ਜੇ ਮਹੀਨੇ ਦੇ ਵਿੱਚ ਦਿਨ ਦੇ ਵਿੱਚ 3 ਹੋ ਰਹੀਆਂ ਸੀ ਤਾਂ ਉਸ ਟਾਈਮ ਦੇ ਵਿੱਚ ਨਵੰਬਰ ਦੇ ਵਿੱਚ ਸਿਰਫ 11 ਖੁਦਕੁਸ਼ੀਆਂ ਹੋਈਆਂ ਸੀ। ਜੀ ਬਈ ਰੋਜ਼ ਕਿੰਨੀਆਂ ਮਤਲਬ ਕਿ ਔਸਤ ਹੋ ਰਹੀਆਂ? ਐਵਰੇਜ 3 ਖੁਦਕੁਸ਼ੀਆਂ ਰੋਜ਼। ਹਾਂਜੀ। ਅਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜਾ ਤਰਾਸਦੀ ਹੈ, ਜਿਹੜਾ ਹੁਣ ਸਾਹਮਣੇ ਆਇਆ ਕਿ ਇਹ ਏਰੀਆ ਜਾਂ ਤਾਂ ਇਹ ਕਹਿ ਲਓ ਵੀ ਜਿਹੜਾ ਮਾਨਸਾ ਬਠਿੰਡਾ ਹੈਗਾ ਉਹ ਇਹ ਅੰਦੋਲਨ ਦਾ ਕਰਕੇ ਉੱਧਰ ਜੁੜਿਆ ਜ਼ਿਆਦਾ ਹੈ।
ਤੇ ਜਾਂ ਮਤਲਬ ਉਸ ਜਥੇਬੰਦੀਆਂ ਦੇ ਉਹ ਨਾਲ ਪਤਾ ਇੱਥੇ ਇੱਕ ਵਾਰ- ਖੁਦਕੁਸ਼ੀਆਂ ਘਟੀਆਂ ਤੇ ਇੱਕ ਵਾਰ- ਪਟਿਆਲਾ ਜਿਹੜਾ ਉਹ ਹੈ ਵੀ ਜਿੱਥੇ ਔਰਤਾਂ ਦੀਆਂ ਖੁਦਕੁਸ਼ੀਆਂ ਵਧੀਆ ਪਹਿਲੀ ਵਾਰ ਇਹ ਹੋਇਆ ਕਿ ਅੱਛਾ। ਔਰਤਾਂ ਦੀਆਂ ਖੁਦਕੁਸ਼ੀਆਂ ਵਧੀਆ ਪਟਿਆਲੇ ਤੇ 2020 ਦੇ ਵਿੱਚ 74 ਔਰਤਾਂ ਨੇ ਖੁਦਕੁਸ਼ੀਆਂ ਕੀਤੀਆਂ। ਪਟਿਆਲੇ ਜ਼ਿਲ੍ਹੇ ਮਾ ਨਹੀਂ ਮਤਲਬ ਪਟਿਆਲੇ 'ਚ ਨਹੀਂ ਪੂਰੇ ਪੰਜਾਬ ਦੇ ਪੰਜਾਬ ਵਿੱਚ ਪਟਿਆਲੇ ਦੇ ਵਿੱਚ ਸ਼ਾਇਦ 17-20 ਐਵੇਂ ਦੀਆਂ ਔਰਤਾਂ ਜਿਹੜੀਆਂ ਪਹਿਲੀ ਵਾਰ ਸਾਹਮਣੇ ਆਇਆ ਹੈ ਨਾ। ਅੱਛਾ ਤੇ ਵੀ ਜਿਹੜੀਆਂ ਔਰਤਾਂ ਦੀ ਖੁਦਕੁਸ਼ੀ ਦਾ ਰੁਝਾਨ ਉਹ ਪਹਿਲਾਂ ਨਹੀਂ ਸੀ, ਉਹ ਹੁਣ ਸ਼ੁਰੂ ਹੋਇਆ। ਅਸਲ ਮੈਂ ਕਿਸਾਨ ਮੋਰਚੇ ਮੈਂ ਜਾਣੇ ਕਿ ਇੱਕ ਹੋਰ ਜਿਹੜਾ ਕਹ ਰਹੇ ਜਿਸ ਤਰ੍ਹਾਂ ਤੁਹਾਨੂੰ ਬਾਤ ਕਰੇ ਘਟਿਆ ਦਾ ਉੱਥੇ ਸਾਂਝੀ ਵਾਲਤਾ ਹੈ ਬਹੁਤ ਸਾਰੇ ਬੰਦੇ ਦਾ ਇਹ ਕਹਾਂਕ ਹੈ ਵੀ ਯਾਰ ਮੇਰਾ ਜੀ ਨਹੀਂ ਲੱਗਦਾ ਵੀ ਮੈਂ ਦਿੱਲੀ ਨਹੀਂ, ਜਾਣਾ। ਅਸਲ ਦੇ ਵਿੱਚ ਇਹ ਵੀ ਹੈ ਵੀ ਸਾਰੇ ਨਾਰਮਲੀ ਇੱਕੋ ਗੱਲ ਕਰਦੇ ਆ ਵੀ ਜਿਹੜਾ ਉਹ ਪੰਜਾਬ ਹੈ ਤੇ ਇੱਥੇ ਆ ਕੇ ਹੋ ਉਹ ਪਹਿਲਾਂ ਪੰਜਾਬ ਉਹ ਪਹਿਲਾਂ ਵਾਲਾ ਉੱਥੇ ਚਲੇ ਗਿਆ ਉੱਥੇ ਚਲਾ ਗਿਆ 40 ਸਾਲ ਜਦੋਂ ਪੁਰਾਣਾ ਇੱਥੇ ਵੜਦੇ ਨੇ ਉਹ ਪਤਾ ਨਹੀਂ ਕਿਉਂ ਪੁਰਾਣਾ ਦਿਮਾਗ ਫਿਰ ਫਿੱਟ ਹੋ ਜਾਂਦਾ ਹੈ। ਉੱਥੇ ਜਾ ਕੇ ਅਸੀਂ ਉਹੀ ਬੰਦਾ ਗੱਲ ਕਰਦਾ ਹੈ ਵੀ ਉਹ ਪੰਜਾਬ ਉੱਥੇ ਜਾਂਦਾ, ਇੱਥੇ ਆ ਕੇ ਉਹੀ ਬਦਲ ਇੱਕ ਦਿਨ ਇੱਕ ਬੰਦਾ ਬਾਤ ਕਰ ਰਿਹਾ ਤਾਂ ਕਹਿੰਦਾ ਵੀ ਕੋਠੀ ਬਹੁਤ ਬੜੀ ਪਾਈ ਬੈਠਿਆ ਮਾਰੇ ਚੰਡੀਗੜ੍ਹ ਲੱਭਿਆ ਤਾਂ ਸਾਰਾ ਖਤਮ ਹੋ ਗਿਆ ਨਾ ਆ ਮਿੱਟੀ ਰਹੀ ਨਹੀਂ ਤੇ ਕਹਿ ਰਿਹਾ ਮੇਰਾ ਜੀਣ ਲੱਗਦਾ ਮੈਂ ਦੁਬਾਰਾ ਦਿੱਲੀ ਜਾ ਰਿਹਾ। ਮੈਂ ਕਿਹਾ ਉਰੇ ਤਾਂ ਏਸੀਆਂ ਪਿਆ ਨਹੀਂ ਕਹਿੰਦਾ ਜੀਣ ਲੱਗਦਾ। ਸੋ 40 ਸਾਲ ਪੁਰਾਣਾ ਪੰਜਾਬ ਉਹ ਟਰਾਲੀਆਂ ਮੈਂ ਉਰੇ नहीं है। सो किरण बहुत भाई शुक्राना था हमें अज उरे आए थे इस बात पे भी मालवे की मिट्टी में मिल के आया मैं। सो भाई दोस्तों बात नहीं हुआ जिस तरह हमें बातें कर रहे थे सारा कुछ जोड़ा है मिट्टी गले जुड़े हुआ तो मिट्टी तो दूर चले गए हमें इसे करके हालात इन्ने ख़राब हो रहे हैं तो इसके दूर करने के पीछे भी बहुत बड़िया साथियाँ तो बंदे कामयाब रहे। सो रब मैनू समत बख्शा हमें फिर अपन जड़ां करियां मुड़िया मैं। सो अज झनीर ते जिउंदे रहो रब रखा सारिਆਂ ਨੂੰ सत श्री अकाल।